ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 156 ਤੇ ਉੱਤੋਂ ਤੀਸਰੀ ਪੰਕਤੀ ਦੇ ਅਖੀਰ ਵਿੱਚ ਹੈ, ਗੌੜੀ ਚੇਤੀ ਮਹਿਲਾ ਪਹਿਲਾ। ਰਾਗ ਦਾ ਨਾਂ ਹੈ ਗੌੜੀ ਚੇਤੀ। ਮਹਿਲਾ ਪਹਿਲਾ ਦਾ ਮਤਲਬ ਪਹਿਲੇ ਗੁਰੂ ਨਾਨਕ ਦੇਵ ਦੀ ਬਾਣੀ ਹੈ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਔਖਦ ਮੰਤਰ ਮੂਲ ਮਨ ਏਕੈ, ਜੇ ਕਰ ਦ੍ਰਿੜ ਚਿਤ ਕੀਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ, ਕਾਟਨ ਹਾਰਾ ਲੀਜੈ ਰੇ। ਮਨ ਏਕੋ ਸਾਹਿਬ ਭਾਈ ਰੇ, ਤੇਰੇ ਤੀਨ ਗੁਣਾ ਸੰਸਾਰ ਸਮਾਵੈਂ, ਅਲਖ ਨ ਲਖਣਾ ਜਾਈ ਰੇ। ਰਹਾਉ ਸ਼ੱਕਰ ਖੰਡ ਮਾਇਆ ਤਨ ਮੀਠੀ, ਹਮ ਤੋ ਪੰਡ ਉਚਾਈ ਰੇ, ਰਾਤ ਹਨੇਰੀ ਸੂਝਸ ਨਾਹੀ, ਲਜ ਟੂਕਸ ਮੂਸਾ ਭਾਈ ਰੇ। ਮਨਮੁਖ ਕਰੈਂ ਤੇਤਾ ਦੁਖ ਲਾਗੈ, ਗੁਰਮੁਖ ਮਿਲੈ ਵਡਾਈ ਰੇ। ਜੋ ਤਿਨ ਕੀਆ ਸੋਈ ਹੋਆ, ਕਿਰਤ ਨ ਮੇਟਿਆ ਜਾਈ ਰੇ। ਸੁਭਰ ਭਰੇ ਨ ਹੋਵੇਂ ਊਣੇ, ਜੋ ਰਾਤੇ ਰੰਗ ਲਾਈ ਰੇ। ਤਿਨ ਕੀ ਪੰਕ ਹੋਵੇ ਜੇ ਨਾਨਕ, ਤਉ ਮੂੜਾ ਕਿਸ ਪਾਈ ਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਔਖਦ ਔਸ਼ਧੀ ਦਵਾਈ। ਦਵਾਈ ਨੂੰ ਹਿੰਦੀ ਕਹਿੰਦੇ ਔਸ਼ਧੀ, ਉਸ ਤੋਂ ਬਣਿਆ ਔਖਦ। ਮੰਤਰ ਮੂਲ ਮੂਲ ਮੰਤਰ। ਔਖਦ ਮੰਤਰ ਮੂਲ ਮਨ ਏਕੈ, ਜੇ ਕਰੜ ਦ੍ਰਿੜ ਚਿਤ ਕੀਜੈ ਰੇ। ਹੈ ਮਨਾ, ਜਿਸ ਮੂਲ ਮੰਤਰ ਨੂੰ ਪਰਮਾਤਮਾ ਦੇ ਨਾਮ ਨੂੰ ਜੇ ਤੂੰ ਆਪਣੇ ਚਿੱਤ 'ਚ ਪੱਕਿਆਂ ਕਰ ਲੈ, ਦ੍ਰਿੜ ਚਿਤ ਕੀਜੈ ਰੇ। ਜੇ ਤੂੰ ਆਪਣੇ ਚਿੱਤ ਵਿੱਚ ਪਰਮਾਤਮਾ ਦੇ ਨਾਮ ਨੂੰ ਪੱਕਿਆਂ ਕਰ ਲੈ, ਔਖਦ। ਇਹ ਸਾਰੇ ਰੋਗਾਂ ਦੀ ਦਵਾਈ ਹੈ। ਤਾਂ ਕਿ ਸਰਬ ਰੋਗ ਕਾ ਔਖਦ ਨਾਮ। ਇੱਕ ਖਿਆਲ ਰੱਖਣਾ, ਆ ਰੋਗ ਢਿੱਡ ਪੀੜ ਸਿਰ ਪੀੜ ਨੂੰ ਰੋਗ ਨਹੀਂ ਗੁਰਬਾਣੀ ਗਿਣਿਆ ਗਿਆ। ਗੁਰਬਾਣੀ 'ਚ 5 ਰੋਗ ਗਿਣੇ ਗਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ 5 ਰੋਗ ਗੁਰਬਾਣੀ ਜੀ ਨੇ। ਜੋ ਗੁਰਬਾਣੀ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ। ਇਹ ਨਹੀਂ ਸਮਝਣਾ ਕਿ ਜਿਹੜਾ ਦਿਖਾਈ ਦੇ ਰੋਗੀ ਕਿਤੇ ਢਿੱਡ ਪੀੜ ਕਿਤੇ ਸਿਰ ਪੀੜ ਕਿ ਨਹੀਂ, ਵੀ ਜੋ ਵੀ ਵਿਖਾਈ ਦੇ ਰਿਹਾ ਹੈ ਉਹ ਜਾਂ ਕਾਮ ਦਾ ਰੋਗ ਨੂੰ, ਜਾਂ ਕ੍ਰੋਧ ਦਾ ਹੈ, ਜਾਂ ਲੋਭ ਦਾ ਹੈ, ਜਾਂ ਮੋਹ ਦਾ ਹੈ, ਜਾਂ ਹੰਕਾਰ ਦਾ ਹੈ। ਹਰ ਇੱਕ ਇਨਸਾਨ ਦੇ ਵਿੱਚ ਇੱਕ ਨਾ ਇੱਕ ਬੁਰਾਈ ਹੁੰਦੀ ਹੈ। ਇਹੀ ਰੋਗ ਹੈ। ਇਹ 5 ਰੋਗਾਂ ਦੀ ਜਿਹੜੀ ਦਵਾਈ ਹੈ ਉਹ ਪਰਮਾਤਮਾ ਦਾ ਨਾਮ ਹੈ। ਇਹ ਸਾਰੇ ਰੋਗਾਂ ਦੀ ਦਵਾਈ ਹੈ, ਕਿਉਂਕਿ 5 ਜਿਹੜੀਆਂ ਨੇ ਗੱਲਾਂ ਇਹ ਮਨੁੱਖ ਤੋਂ ਬੁਰੇ ਕੰਮ ਕਰਵਾਉਂਦੀਆਂ ਨੇ। ਕਈ ਵਾਰੀ ਮਨੁੱਖ ਕਾਮ ਦੇ ਅਧੀਨ ਆ ਕੇ ਬੁਰੇ ਕੰਮ ਕਰਦਾ ਹੈ, ਕਦੇ ਕ੍ਰੋਧ ਦੇ ਅਧੀਨ ਆ ਕੇ ਗਾਲਾਂ ਕੱਢਦਾ, ਕੁੱਟਮਾਰ ਕਰਦਾ, ਕਤਲ ਕਰਦਾ, ਕਦੇ ਲੋਭ ਦੇ ਅਧੀਨ ਆ ਕੇ ਲੁੱਟਾਂ ਖੋਹਾਂ ਕਰਦਾ, ਡਾਕੇ ਮਾਰਦਾ, ਠੱਗੀਆਂ ਮਿਲਾਵਟਾਂ ਧੋਖਾਧੜੀ ਕਰਦਾ, ਕਦੇ ਮੋਹ ਦੇ ਅਧੀਨ ਆ ਕੇ ਆਪਣੇ ਪਰਿਵਾਰ ਲਈ ਗਲਤ ਕੰਮ ਕਰਦਾ ਹੈ, ਕਦੇ ਹੰਕਾਰ ਕਰਦਾ ਹੈ। ਸੋ ਉਂਝ ਤੇ 5 ਬਿਮਾਰੀਆਂ ਸਾਰਿਆਂ ਦੇ ਵਿੱਚ ਹੀ ਹਨ, ਪਰ ਮੈਂ ਦੇਖਿਆ ਇੱਕ ਅੱਧੀ ਜਿਹੜੀ ਹੈ ਖਾਸ ਹੁੰਦੀ ਹੈ। 5 ਬਿਮਾਰੀਆਂ 'ਚ 4 5 ਬਿਮਾਰੀਆਂ 'ਚ 4 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 ਬਿਮਾ
ਤੇ ਜੇ ਇੱਕ ਵੀ ਖਾਸ ਹੋਵੇ ਤੇ ਬੰਦੇ ਦਾ ਪੱਠਾ ਬਿਠਾ ਸਕਦੀ ਹੈ। ਇਸ ਲਈ ਇਹਨਾਂ ਪੰਜਾਂ ਤੋਂ ਬਚਣ ਦਾ ਢੰਗ ਗੁਰਬਾਣੀ ਕਹਿੰਦੀ ਹੈ ਕਿ ਤੁਸੀਂ ਆਪਣੇ ਚਿੱਤ ਵਿੱਚ ਪਰਮਾਤਮਾ ਦੇ ਨਾਮ ਨੂੰ ਦ੍ਰਿੜ ਕਰ ਲਓ। ਇਹੀ ਇਹਨਾਂ ਪੰਜਾਂ ਰੋਗਾਂ ਦੀ ਦਵਾਈ ਹੈ। ਪਰਮਾਤਮਾ ਦਾ ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ। ਉਹਦੇ ਨਾਲ ਕੀ ਹੋਏਗਾ, ਸਾਡੀ ਸੋਚ ਉੱਚੀ ਹੁੰਦੀ ਰਹਿੰਦੀ ਹੈ। ਜਿੰਨੀ ਸੋਚ ਨੀਵੀਂ ਹੋਵੇਗੀ ਉਨੇ ਹੀ ਅਸੀਂ ਵੱਧ ਘਟੀਆ ਕੰਮ ਕਰਾਂਗੇ। ਆ ਜਿਹੜੇ ਘਟੀਆ ਕੰਮ ਕਰਦੇ ਨੇ ਇਹਨਾਂ ਦੀ ਸੋਚ ਐਕਚੁਅਲੀ ਨੀਵੀਂ ਹੈ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਇਸ ਨੇ ਸਾਡੀ ਸੋਚ ਨੂੰ ਉੱਚੀਆਂ ਕਰਨਾ ਹੈ। ਜਿਉਂ-ਜਿਉਂ ਸੋਚ ਉੱਚੀ ਹੁੰਦੀ ਹੈ ਫਿਰ ਨੂੰ ਪਹਿਲਾਂ ਪਤਾ ਲੱਗਦਾ ਕੀ ਠੀਕ ਹੈ ਅਤੇ ਕੀ ਗਲਤ ਹੈ। ਨੀਵੀਂ ਸੋਚ ਵਾਲਾ ਤੇ ਫੈਸਲੇ ਹੀ ਨਹੀਂ ਕਰ ਸਕਦਾ ਕਿ ਕੀ ਠੀਕ ਹੈ ਅਤੇ ਕੀ ਗਲਤ ਹੈ। ਉਹ ਤੇ ਜੋ ਕਰੇ ਉਸੇ ਨੂੰ ਹੀ ਠੀਕ ਸਮਝਦਾ ਹੈ। ਜਦੋਂ ਸੋਚ ਉੱਚੀ ਹੁੰਦੀ ਹੈ ਫਿਰ ਉਹਨੂੰ ਪਤਾ ਲੱਗਦਾ ਕੀ ਠੀਕ ਹੈ ਅਤੇ ਕੀ ਗਲਤ ਹੈ। ਪਹਿਲਾਂ ਇਹ ਪਤਾ ਲੱਗਦਾ, ਫਿਰ ਉਹ ਨਾਮ ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ। ਫਿਰ ਉਹ ਗਲਤ ਨੂੰ ਛੱਡਦਾ ਜਾਂਦਾ ਅਤੇ ਠੀਕ ਨੂੰ ਅਪਣਾਉਂਦਾ ਜਾਂਦਾ। ਕਰਦਿਆਂ 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 ਇੱਕ ਐਸੀ ਅਵਸਥਾ ਹੁੰਦੀ ਹੈ ਜਿੱਥੇ ਸਾਰਾ ਗਲਤ ਮਲਤ ਛੱਡ ਦਿੱਤਾ ਜਾਂਦਾ ਅਤੇ ਜੀਵਨ ਸਹੀ ਹੋ ਜਾਂਦਾ। ਜੀਵਨ ਸਹੀ ਹੋ ਜਾਂਦਾ ਅਤੇ ਸਹੀ ਜੀਵਨ ਹੀ ਸੁਖੀ ਜੀਵਨ ਹੁੰਦਾ। ਗਲਤ ਜੀਵਨ ਹਮੇਸ਼ਾ ਹੀ ਦੁਖੀ ਜੀਵਨ ਹੁੰਦਾ। ਸੋ ਇਸ ਲਈ ਗੁਰੂ ਮਹਾਰਾਜ ਨੇ ਕਿਹਾ, ਔਖਦ ਮੰਤਰ ਮੂਲ ਮਨ ਏਕ ਹੈ। ਹੇ ਮਨ, ਸਾਰੇ ਰੋਗਾਂ ਦੀ ਦਵਾਈ ਪਰਮਾਤਮਾ ਦਾ ਨਾਮ ਹੈ। ਜੇਕਰ ਦ੍ਰਿੜ ਚਿੱਤ ਕੀਜੈ ਰਹੇ, ਜੇ ਤੂੰ ਆਪਣੇ ਚਿੱਤ ਨੂੰ ਦ੍ਰਿੜ ਕਰ ਲੈ ਨਾ ਨਾਮ ਨੂੰ, ਇਹ ਤੇਰੇ ਸਾਰੇ ਰੋਗਾਂ ਦੀ ਦਵਾਈ ਹੈ। ਇਹ ਨਾਮ ਕੀ ਕਰੇਗਾ ਕੰਮ? ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ। ਜਨਮਾਂ ਜਨਮਾਂਤਾਂ ਤੋਂ ਜੋ ਅਸੀਂ ਪਾਪ ਕੀਤੇ ਨੇ, ਜੋ ਪਾਪ ਕਰਮ ਕੀਤੇ ਨੇ, ਇਹ ਪਰਮਾਤਮਾ ਦਾ ਨਾਮ ਉਹਨਾਂ ਕਰਮਾਂ ਨੂੰ ਕੱਟ ਦੇਗਾ। ਅਤੇ ਕੱਟਣ ਨਾਲ ਹੈਗਾ ਪਰਮਾਤਮਾ ਕਹਿੰਦਾ ਉਹਦੀ ਤੈਨੂੰ ਪ੍ਰਾਪਤੀ ਹੋ ਜਾਏਗੀ। ਨਾਲੇ ਤੇਰੇ ਕਰਮ ਕੱਟ ਜਾਣਗੇ, ਨਾਲੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਕਰਨਾ ਕੀ ਹੈ? ਨਾਮ ਜਪੀ ਜਾਣਾ ਬਸ। ਨਹੀਂ ਤਾਂ ਜੋ ਅਸੀਂ ਕਰਮ ਕਰ ਲਏ ਨੇ ਉਹ ਸਾਨੂੰ ਭੋਗਣੇ ਪੈਣੇ ਨੇ। ਜੇ ਅਸੀਂ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਤਾਂ ਧਰਮ ਕਹਿੰਦਾ ਜੋ ਤੁਸੀਂ ਕਰਮ ਕੀਤੇ ਨੇ ਉਹ ਤੁਹਾਨੂੰ ਭੋਗਣੇ ਪੈਣੇ। ਚੀਂ ਫੀਂ ਕਰੀ ਜਾਓ, ਜੋ ਮਰਜ਼ੀ ਪੈ ਕਰੋ। ਅਗਰ ਤੁਸੀਂ ਉਹਨਾਂ ਤੋਂ ਬਚਣਾ ਚਾਹੁੰਦੇ ਹੋ, ਕਹਿੰਦੇ ਫਿਰ ਉੜਦੇ ਬੈਠਦੇ ਤੁਰਦੇ ਫਿਰਦੇ ਵੱਧ ਤੋਂ ਵੱਧ ਨਾਮ ਜਪੋ। ਉਹਦੇ ਨਾਲ ਕੀ ਹੈ, ਤੁਹਾਡੇ ਮਾੜੇ ਕਰਮ ਘਟ ਜਾਣਗੇ ਅਤੇ ਫਿਰ ਤੁਸੀਂ ਸੁਖੀ ਹੋ ਜਾਓਗੇ। ਸੁੱਖ ਵੀ ਅਤੇ ਦੁੱਖ ਵੀ ਸਾਡੇ ਕੀਤੇ ਕਰਮਾਂ ਦਾ ਨਤੀਜਾ ਹਨ। ਕੋਈ ਸਾਨੂੰ ਦੁੱਖ ਨਹੀਂ ਦੇ ਸਕਦਾ, ਕੋਈ ਸਾਨੂੰ ਸੁੱਖ ਨਹੀਂ ਦੇ ਸਕਦਾ। ਸਾਡੇ ਕਰਮ ਹੀ ਸੁੱਖ ਅਤੇ ਦੁੱਖ ਦਾ ਕਾਰਨ ਬਣਦੇ ਹਨ। ਸਾਡੇ ਕਰਮ ਹੀ ਬਣਦੇ ਕਾਰਨ। ਜੇ ਅਸੀਂ ਕਰਮ ਨਾ ਕੱਟੇ ਤਾਂ ਜੋ ਫਿਰ ਦੁੱਖ ਸੁੱਖ ਲਿਖਿਆ ਉਹ ਫਿਰ ਭੋਗਣਾ ਪੈਣਾ। ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਅਗਰ ਉਹਨਾਂ ਭੋਗਣਾ ਤੋਂ ਬਚਣਾ ਹੈ ਤਾਂ ਉਹਦਾ ਢੰਗ ਹੈ ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ। ਹੌਲੀ ਹੌਲੀ ਜਿਹੜੇ ਛੋਟੇ ਮਾੜੇ ਕਰਮ ਨੇ ਪਹਿਲਾਂ ਉਹ ਕੱਟਦੇ ਨੇ। ਮੜੀਆਂ ਦੇ ਵਿੱਚ ਮੁਰਦੇ ਨੂੰ ਜਦੋਂ ਅੱਗ ਲਾਉਂਦੇ ਨੇ, ਤੁਸੀਂ ਲੱਕੜੀਆਂ ਧਰਦੇ ਹੋਏ ਨੋਟ ਕਰਿਓ, ਹੇਠਾਂ ਵੱਡੀਆਂ ਵੱਡੀਆਂ ਲੱਕੜਾਂ ਧਰੀਆਂ ਜਾਂਦੀਆਂ ਨੇ। ਉਦੋਂ ਤੇ ਉਦੋਂ ਛੋਟੀਆਂ, ਉਦੋਂ ਤੇ ਉਦੋਂ ਪਤਲੀਆਂ, ਹੋਰ ਪਤਲੀਆਂ। ਜਦੋਂ ਅੱਗ ਲਾਈ ਜਾਂਦੀ ਹੈ ਤਾਂ ਜਿਹੜੀ ਪਤਲੀਆਂ ਪਤਲੀਆਂ ਲੱਕੜੀਆਂ ਪਹਿਲਾਂ ਉਹ ਸੜਦੀਆਂ ਨੇ। ਫਿਰ ਜਿਹੜੇ ਉਦੋਂ ਮੋਟੀਆਂ ਨੇ ਹੌਲੀ ਹੌਲੀ ਫਿਰ ਉਹਨਾਂ ਅੱਗ ਲੱਗਦੀ ਹੈ।
ਜਿਹੜੇ ਬਹੁਤ ਮੋਟੀਆਂ ਲੱਕੜੀਆਂ ਨੇ ਉਹਨਾਂ ਨੂੰ ਕਾਫੀ ਦੇਰ ਬਾਅਦ ਅੱਗ ਲੱਗਦੀ ਹੈ ਅਤੇ ਉਹ ਕਿੰਨੀ ਦੇਰ ਹੀ ਸੜਦੀਆਂ ਰਹਿੰਦੀਆਂ ਨੇ। ਇਹ ਵੀ ਹੈ। ਇਸ ਤਰ੍ਹਾਂ ਸਾਡੇ ਕਰਮ ਨੇ। ਜਦੋਂ ਅਸੀਂ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਪਹਿਲੇ ਜਿਹੜੇ ਛੋਟੇ ਛੋਟੇ ਸਾਡੇ ਮਾੜੇ ਕਰਮ ਨੇ ਉਹ ਸੜਦੇ ਨੇ। ਯਾਦ ਰੱਖੋ, ਨਾਮ ਜਪਣ ਨਾਲ ਚੰਗੇ ਕਰਮ ਨਹੀਂ ਸੜਦੇ, ਮਾੜੇ ਸੜਦੇ ਨੇ। ਚੰਗੇ ਕਰਮਾਂ 'ਚ ਵਾਧਾ ਹੁੰਦਾ ਰਹਿੰਦਾ, ਮਾੜੇ ਘਟਦੇ ਰਹਿੰਦੇ ਹਨ। ਪਹਿਲਾਂ ਜਿਹੜੇ ਛੋਟੇ ਛੋਟੇ ਮਾੜੇ ਕਰਮ ਨੇ ਉਹ ਸੜਦੇ ਨੇ, ਫਿਰ ਉਦੋਂ ਜਿਹੜੇ ਉਦੋਂ ਵੱਡੇ ਥੋੜ੍ਹੇ ਕੀਤੇ ਕਰਮ ਫਿਰ ਉਹ ਸੜਦੇ ਨੇ। ਜਿਹੜੇ ਫਿਰ ਬਹੁਤ ਵੱਡੇ ਕਰਮ ਕੀਤੇ ਨੇ ਉਹਨਾਂ ਤਾਂ ਹੋ ਸਕਦਾ ਸੜਦਿਆਂ ਬਹੁਤ ਜ਼ਿਆਦਾ ਸਮਾਂ ਲੱਗੇ, ਬਹੁਤ ਜ਼ਿਆਦਾ ਸਮਾਂ ਲੱਗੇ। ਪਰ ਜੇ ਬੰਦਾ ਲੱਗਾ ਰਹੇ ਫਿਰ ਕੀ ਹੁੰਦਾ ਹੈ, ਇੱਕ ਸਮੇਂ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਫਿਰ ਉਹ ਕੀ ਕਰਦਾ, ਪਿਛਲੇ ਔਗਣ ਬਖਸ਼ ਲੈ ਹਰ ਆਗੇ ਮਾਰਗ ਪਾਓ, ਉਹ ਬਖਸ਼ ਹੀ ਦਿੰਦਾ, ਨਿਬੜਿਆ ਕੰਮ। ਕਿੱਥੇ ਅਸੀਂ ਨਾਮ ਜਪ 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 ਕੇ ਆਪਣੇ ਕਰਮ ਮਿਟਾਉਣੇ ਸਨ, ਕਿੱਥੇ ਪਰਮਾਤਮਾ ਨੇ ਕਿਰਪਾ ਕੀਤੀ ਬਖਸ਼ ਦਿੱਤਾ, ਜਾ ਜੋ ਤੂੰ ਕੀਤਾ ਤੈਨੂੰ ਬਖਸ਼ਿਆ। ਇਸ ਲਈ ਲੱਗੇ ਰਹਿਣਾ, ਕਦੇ ਤਾਂ ਕਿਰਪਾ ਕਰੇਗਾ ਪਰਮਾਤਮਾ। ਸੋ ਜਦੋਂ ਦੇਖਦਾ ਹੈ ਕਿ ਸੱਚੇ ਦਿਲੋਂ ਲੱਗਾ ਹੋਇਆ ਹੈ, ਫਿਰ ਪਰਮਾਤਮਾ ਕਿਰਪਾ ਕਰਦਾ। ਬਾਈਬਲ ਵੀ ਇਹੀ ਕਹਿੰਦੀ ਹੈ, God helps those who help themselves। ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਹਨ, ਭਾਵ ਜੋ ਯਤਨਸ਼ੀਲ ਹਨ। ਆਪਾਂ ਆਪਣੇ ਪਾਪਾਂ ਨੂੰ ਕੱਟਣ ਦੇ ਲੱਗੇ ਹੋਏ ਫਿਰ ਪਰਮਾਤਮਾ ਵੀ ਸਾਡੀ ਸਹਾਇਤਾ ਕਰ ਦਿੰਦਾ। ਵਿਭਾਈ ਲੱਗਾ ਹੋਇਆ, ਇਸ ਲਈ ਲੱਗੇ ਰਹਿਣਾ। ਨਹੀਂ ਤਾਂ ਫਿਰ ਉਹ ਸਾਰੇ ਕਰਮ ਭੋਗਣੇ ਪੈਣਗੇ, ਫਿਰ ਬੜਾ ਜੀਵਨ ਦੁਖਦਾਈ ਹੋ ਜਾਏਗਾ। ਇਸ ਲਈ ਉਹ ਕਹਿੰਦੇ ਨੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜਰ। ਪਾਪਾਂ ਨੂੰ ਕੱਟਣ ਵਾਲਾ ਕੌਣ ਹੈ? ਪਰਮਾਤਮਾ ਦਾ ਨਾਮ। ਕਹਿੰਦੇ ਇਸ ਪਰਮਾਤਮਾ ਦੇ ਨਾਮ ਨੂੰ ਲੈ, ਇਹਨੂੰ ਜਪ, ਜਨਮਾਂ ਜਿਹੜੇ ਤੂੰ ਪਾਪ ਕੀਤੇ ਨੇ ਉਹ ਖਤਮ ਹੋ ਜਾਣੇ। ਮਨ ਏਕੋ ਸਾਹਿਬ ਭਾਈ ਰੇ। ਹੇ ਮਨ, ਹੇ ਭਰਾਵਾ, ਸਾਹਿਬ ਤਾਂ ਇੱਕੋ ਹੀ ਹੈ, ਉਹ ਪਰਮਾਤਮਾ ਹੈ। ਪਰਮਾਤਮਾ ਸਾਹਿਬ ਦਾ ਸਾਹਿਬ ਹੈ, ਮਾਲਕ ਹੈ। ਤੇਰੇ ਤੀਨ ਗੁਣਾ ਸੰਸਾਰ ਸਮਾਵੇਂ, ਅਲਖ ਨਾ ਲਖਣਾ ਜਾਈ। ਇਹ ਸਾਰਾ ਜਿਹੜਾ ਸੰਸਾਰ ਹੈ, ਪਰਮਾਤਮਾ ਨੇ ਮਾਇਆ ਦੇ 3 ਗੁਣ ਬਣਾਏ ਨੇ, ਰਜੋ ਤਮੋ ਸਤੋ। ਸਾਰਾ ਸੰਸਾਰ ਇਸ ਮਾਇਆ ਦੇ 3 ਗੁਣਾਂ ਦੇ ਵਿੱਚ ਹੀ ਲੱਗਿਆ ਹੋਇਆ ਹੈ। ਕੋਈ ਰਜੋ ਗੁਣ ਦਾ ਹੈ, ਕੋਈ ਤਮੋ ਦਾ ਹੈ, ਕੋਈ ਸਤੋ ਦਾ ਹੈ। ਉਦੋਂ ਉੱਪਰ ਫਿਰ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ, ਜਿਹਨੂੰ ਤੁਰੀਆ ਅਵਸਥਾ ਕਹਿੰਦੇ ਨੇ, ਜਿਹਨੂੰ ਉਨਮਨੀ ਅਵਸਥਾ ਕਹਿੰਦੇ ਨੇ, ਜਿਹਨੂੰ ਚੌਥਾ ਪਦ ਕਹਿੰਦੇ ਨੇ, ਜਿਹਨੂੰ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ ਨੇ। 99.99% ਲੋਕ ਜਿਹੜੇ ਨੇ ਇਹ ਮਾਇਆ ਦੇ 3 ਗੁਣਾਂ ਦੇ ਅਧੀਨ। ਇਸ ਲਈ ਕਹਿੰਦੇ ਜਿਹੜਾ ਸੰਸਾਰ 'ਚ ਇਹ ਮਾਇਆ ਦੇ 3 ਗੁਣ ਸਾਰੇ ਸੰਸਾਰ 'ਚ ਸਮਾ ਰਹੇ ਨੇ। ਅਲਖ ਨਾ ਲਖਣਾ ਜਾਈ। ਇਸ ਲਈ ਪਰਮਾਤਮਾ ਅਲਖ ਹੋ ਗਿਆ ਹੈ, ਉਹ ਦਿਖਾਈ ਨਹੀਂ ਦਿੰਦਾ ਹੈ, ਉਹ ਸਾਡੀ ਸਮਝ ਤੋਂ ਉੱਪਰ ਹੈ। ਇਸ ਲਈ ਉਹ ਸਮਝਿਆ ਨਹੀਂ ਜਾ ਸਕਦਾ, ਉਹ ਦੇਖਿਆ ਨਹੀਂ ਜਾ ਸਕਦਾ, ਕਿਉਂਕਿ ਅਸੀਂ ਤਾਂ ਮਾਇਆ ਦੇ 3 ਗੁਣਾਂ 'ਚ ਲੱਗੇ ਹੋਏ ਹਾਂ। ਉਹਨੂੰ ਤਾਂ ਮਿਲਣ ਦੀ, ਉਸਨੂੰ ਤੇ ਦੇਖਣ ਦੀ ਸਾਡੀ ਇੱਛਾ ਹੀ ਕੋਈ ਨਹੀਂ ਹੈਗੀ। ਉਹ ਤਾਂ ਇੱਛਾ ਹੀ ਕੋਈ ਨਹੀਂ। ਜੇ ਅਸੀਂ ਗੁਰਦੁਆਰੇ ਜਾਂਦੇ ਹਾਂ, ਮੰਦਿਰਾਂ 'ਚ ਜਾਂਦੇ ਹਾਂ, ਐਕਚੁਅਲੀ ਅਸੀਂ ਤਾਂ ਸੰਸਾਰਿਕ ਚੀਜ਼ਾਂ ਮੰਗਣ ਜਾਂਦੇ ਹਾਂ। ਰੱਬ ਨੂੰ ਤਾਂ ਮੰਗਣ ਹੀ ਕੋਈ ਨਹੀਂ ਉੱਥੇ ਜਾਂਦਾ। ਅਤੇ ਜਦੋਂ ਅਸੀਂ ਰੱਬ ਹੀ ਨਹੀਂ ਮੰਗਣਾ ਤਾਂ ਉਹ ਮਿਲੇਗਾ ਕਿਵੇਂ ਬਈ? ਧੀ ਪੁੱਤਰ ਤਾਂ ਮੰਗਣ ਜਾਂਦੇ ਹਾਂ ਉਮੀਦ ਰੱਖ ਕੇ ਵੀ ਮਿਲੂਗਾ, ਰੱਬ ਨੂੰ ਨਹੀਂ ਮੰਗਣ ਜਾਂਦਾ ਕੋਈ। ਹਾਂ, ਜਿਹਨੇ ਭਾਈ ਕੋਈ ਸੰਤ ਮਹਾਤਮਾ ਜਿਹਦੇ ਭਾਗਾਂ 'ਚ ਬਣਨਾ ਲਿਖਿਆ ਹੋਇਆ ਹੋਵੇ ਉਹ ਤਾਂ ਰੱਬ ਨੂੰ ਮੰਗਦਾ, ਬਾਕੀ ਤਾਂ ਸਾਰਾ ਸੰਸਾਰ ਨੂੰ ਮੰਗ ਰਿਹਾ। ਇਸ ਲਈ ਕਿਉਂਕਿ ਅਸੀਂ ਸੰਸਾਰਕ ਵਸਤੂਆਂ ਹੀ ਸਾਰੀ ਉਮਰ ਮੰਗਦੇ ਰਹਿੰਦੇ ਹਾਂ,
ਇਸ ਲਈ ਸਾਨੂੰ ਪਰਮਾਤਮਾ ਨਹੀਂ ਮਿਲਦਾ। ਜਦੋਂ ਅਸੀਂ ਬਹੁਤ ਸਿਆਣੇ ਮੰਗਤੇ ਹੋ ਜਾਵਾਂਗੇ, ਫਿਰ ਸਾਨੂੰ ਪਤਾ ਲੱਗੇ ਜੇ ਅਸੀਂ ਰੱਬ ਹੀ ਮੰਗੀ ਜਾਈਏ, ਇਹ ਚੀਜ਼ਾਂ ਤਾਂ ਵੈਸੇ ਹੀ ਮਿਲ ਜਾਣਗੀਆਂ, ਇਹ ਤਾਂ ਵੈਸੇ ਹੀ ਮਿਲ ਜਾਣਗੀਆਂ। ਜਿਵੇਂ ਤੁਸੀਂ ਅੰਬ ਦਾ ਦਰਖਤ ਬੀਜਿਆ ਘਰ 'ਚ, ਫਿਰ ਕਿਸ ਉਦੇਸ਼ ਲਈ? ਕਿ ਆਪਾਂ ਅੰਬ ਖਾਵਾਂਗੇ, ਇੱਕੋ ਉਦੇਸ਼ ਹੈ। ਪਰ ਕਹਾਵਤ ਹੈ, ਇੱਕ ਰੁੱਖ 100 ਸੁੱਖ। ਪੜ੍ਹਦੇ ਨਾ, ਅੰਬ ਲਈ ਦਰਖਤ ਬੀਜਿਆ, 99 ਸੁੱਖ ਤੇ ਵੈਸੇ ਹੀ ਮਿਲ ਜਾਣੇ। ਉਦੇਸ਼ ਹੈ ਅੰਬ ਖਾਣਾ, ਇਸ ਲਈ ਦਰਖਤ ਬੀਜਿਆ ਨਾ। ਬਾਕੀ ਜਿਹੜਾ ਕਹਿੰਦੇ 99 ਸੁੱਖ ਤੇ ਵੈਸੇ ਮਿਲ ਜਾਣੇ, ਛਾਂ ਵੈਸੇ ਮਿਲ ਜਾਣੀ, ਖਾਦ ਵੈਸੇ ਮਿਲ ਜਾਣੀ, ਆਕਸੀਜਨ ਵੈਸੇ ਮਿਲ ਜਾਣੀ, ਹਰਿਆਵਲ ਵੈਸੇ ਮਿਲ ਜਾਣੀ, ਸੁੰਦਰਤਾ ਵੈਸੇ ਮਿਲ ਜਾਣੀ। ਦਰਖਤ ਦੇ ਜੋ ਹੋਰ ਲਾਭ ਨੇ ਉਹ ਤਾਂ ਵੈਸੇ ਹੀ ਪ੍ਰਾਪਤ ਹੋ ਜਾਣੇ। ਬੀਜਿਆ ਤੇ ਇੱਕ ਲਾਭ ਲਈ ਸੀ। ਜਦੋਂ ਮਨੁੱਖ ਪਰਮਾਤਮਾ ਲਈ ਭਜਨ ਬੰਦਗੀ ਕਰੇਗਾ, ਸਿਰਫ ਤੇ ਸਿਰਫ ਉਹਦੇ ਲਈ ਕਰੇਗਾ, ਤਬ 99 ਸੁੱਖ ਤੇ ਉਹਨੂੰ ਵੈਸੇ ਹੀ ਮਿਲ ਜਾਣੇ ਨੇ। ਉਹ 99 ਸੁੱਖ ਤੇ ਉਹਨੂੰ ਵੈਸੇ ਹੀ ਮਿਲ ਜਾਣੇ ਨੇ। ਪਰ ਅਸੀਂ ਅਜੇ ਇੰਨੇ ਸਿਆਣੇ ਮੰਗਤੇ ਨਹੀਂ ਹੋਏ, ਅਸੀਂ ਅਜੇ ਇੰਨੇ ਸਿਆਣੇ ਨਹੀਂ ਮੰਗਤੇ ਹੋਏ। ਸਾਨੂੰ ਫਿਰ ਗੱਲ ਗੁਰਦੇ ਆ ਕੇ ਫਿਰ ਅਸੀਂ ਕਦੇ ਪੱਤੇ ਮੰਗਣ ਲੱਗ ਜਾਂਦੇ ਹਾਂ, ਅਤੇ ਕਦੇ ਤਣਾ ਮੰਗਣ ਲੱਗ ਜਾਂਦੇ ਹਾਂ, ਅਤੇ ਕਦੇ ਜੜ੍ਹਾਂ ਮੰਗਣ ਲੱਗ ਪਏ, ਕਦੇ ਕਦੇ ਟਹਿਣੀਆਂ ਮੰਗਣ ਲੱਗ ਪਏ, ਕਦੇ ਫੁੱਲ ਮੰਗਣ ਲੱਗ ਗਏ। ਫਲ ਤਾਂ ਮੰਗਦੇ ਹੀ ਕੋਈ ਨਹੀਂ, ਇਸ ਲਈ ਸਾਨੂੰ ਮਿਲਦਾ ਹੀ ਨਹੀਂ ਹੈਗਾ। ਔਰ ਕਿ ਮੈਨੂੰ ਜੀ ਸਾਰੀ ਉਮਰ ਭਜਨਬੰਦਗੀ ਕਰਦੇ ਲਗਰ, ਤੂੰ ਪਰਮਾਤਮਾ ਦੀ ਪ੍ਰਾਪਤੀ ਲਈ ਤਾਂ ਭਜਨਬੰਦਗੀ ਕਰਦੇ ਹੀ ਨਹੀਂ ਹੈਗਾ, ਇਸ ਲਈ ਪਰਮਾਤਮਾ ਤੈਨੂੰ ਮਿਲਦਾ ਨਹੀਂ। ਹੋ ਸਕਦਾ ਅਗਲੇ ਜਨਮ ਤੱਕ ਸਾਨੂੰ ਸੋਝੀ ਆ ਜੇ, ਅਸੀਂ ਸਿਆਣੇ ਮੰਗਤੇ ਹੋ ਜੀ। ਆਹ ਯੋਗ ਸਾਡੇ ਕੋਲ ਨਾਲ ਹੀ ਜਾਣਾ, ਛੱਡ ਕੇ ਤਾਂ ਕੋਈ ਜਾਣੇ ਨਹੀਂ ਅਸੀਂ। ਇਹ ਸਾਡੀ ਸੋਚ ਨਾਲ ਹੀ ਜਾਣੀ। ਹੋ ਸਕਦਾ ਅਗਲੇ ਜਨਮ ਸਾਨੂੰ ਛੇਤੀ ਸੋਝੀ ਆ ਜੇ। ਉਹ ਮਨਾ ਤੂੰ ਪਰਮਾਤਮਾ ਨੂੰ ਮੰਗ, ਆ ਜਿਹੜੀ ਦਾਤਾਂ ਨੇ ਤਾਂ ਵੈਸੇ ਹੀ ਮਿਲ ਜਾਣੀਆਂ ਨੇ, ਇਹਨੂੰ ਮੰਗਣ ਦਾ ਕਿਹਾ, ਇਹ ਤਾਂ ਵੈਸੇ ਹੀ ਮਿਲ ਜਾਣੀਆਂ ਨੇ। ਉਦੋਂ ਇਹਦਾ ਮਤਲਬ ਉਦੋਂ ਅਸੀਂ ਸਿਆਣੇ ਮੰਗਤੇ ਹੋ ਗਏ, ਫਿਰ ਸਾਡੀ ਗੱਲ ਬਣ ਸਕਦੀ। ਅਜੇ ਤਾਂ ਅਸੀਂ ਬਸ ਦੇਸੀ ਜੇ ਮੰਗਤੇ ਹਾਂ, ਚੁਆਨੀ ਦੇ ਦਿਓ ਜੀ, ਅਠਿਆਨੀ ਦੇ ਦਿਓ ਜੀ, ਵੱਧ ਤੋਂ ਵੱਧ 10 ਰੁਪਈਏ ਤੱਕ ਆ ਗਏ ਹੁਣ ਜਿਹੜੇ ਮੰਗਤੇ ਨੇ, ਹੁਣ ਇਹ ਰੁਪਈਆ 2 ਰੁਪਈਏ ਨਹੀਂ ਮੰਗਦੇ, ਹੁਣ ਕਹੇ 10 ਰੁਪਈਏ ਦਿਓ ਜੀ। ਸਟੈਂਡਰਡ ਥੋੜ੍ਹਾ ਹਾਈ ਹੋ ਗਿਆ, ਪਰ ਅਜੇ ਵੀ 10 ਰੁਪਈਏ ਤੱਕ ਹੀ ਹੈ। ਇਸ ਲਈ ਸਾਡਾ ਵੀ ਸਟੈਂਡਰਡ ਹਾਈ ਹੋ ਰਿਹਾ। ਕੋਠੀ ਦਿਓ ਜੀ। ਪਹਿਲਾਂ ਹੋ ਸਕਦਾ ਕਹਿੰਦੇ ਸੱਚੇ ਪਾਤਸ਼ਾਹ ਕੋਈ ਛੋਟੀ ਮੋਟੀ ਕੁੱਲੀ ਦੇ ਦੇ। ਪਹਿਲਾਂ ਹੋ ਸਕਦਾ ਜਦੋਂ ਗਰੀਬ ਸੀ ਉਹਦੇ ਸੱਚੇ ਪਾਤਸ਼ਾਹ ਛੋਟੀ ਮੋਟੀ ਕੋਈ ਕੁੱਲੀ ਦੇ ਦੇ, ਚਲੋ 2-4 ਰੋਟੀਆਂ ਖਾਣ ਨੂੰ ਮਿਲ ਜਾਣ। ਹੁਣ ਸਾਡਾ ਸਟੈਂਡਰਡ ਹਾਈ ਹੋ ਗਿਆ। ਕੋਠੀ ਦਿਓ, ਕਾਰ ਦਿਓ, ਖਾਣ ਨੂੰ 36 ਪ੍ਰਕਾਰ ਦਾ ਭੋਜਨ ਦਿਓ, ਪਹਿਨਣ ਨੂੰ ਵਧੀਆ ਕੱਪੜੇ ਮੰਗਦੇ ਨਾ। ਜਿਵੇਂ ਅਸੀਂ ਉੱਪਰ ਨੂੰ ਹੋ ਗਏ ਮੰਗਤੇ, ਆਪਣੇ ਹੈ ਤਾਂ ਮੰਗਤੇ ਹੀ ਹੈ, ਤੇ ਮੰਗਤੇ ਹੀ ਮੰਗ ਹੀ ਰਹੇ, ਪਰ ਸਾਡਾ ਥੋੜ੍ਹਾ ਸਟੈਂਡਰਡ ਹਾਈ ਹੋ ਗਿਆ। ਹੋ ਸਕਦਾ ਅਗਲੇ ਜਨਮ ਤੱਕ ਸਾਡਾ ਸਟੈਂਡਰਡ ਇੰਨਾ ਹਾਈ ਹੋ ਜਾਏ ਕਿ ਅਸੀਂ ਪਰਮਾਤਮਾ ਨੂੰ ਕਿ ਮੈਨੂੰ ਤਾਂ ਤੂੰ ਹੀ ਚਾਹੀਦਾ। ਉਹ ਬੜੀ ਕੋਸ਼ਿਸ਼ ਕਰੇਗਾ, ਆ ਲੈ ਲਾ, ਆ ਲੈ ਲਾ। ਉਹ ਬੜੀ ਕੋਸ਼ਿਸ਼ ਕਰੇਗਾ ਪਰਮਾਤਮਾ, ਤੁਹਾਡੇ ਮਨ 'ਚ ਖਿਆਲ ਲਿਆਏਗਾ, ਉਹ ਪਤਾ ਨਹੀਂ ਯਾਰ ਰੱਬ ਮਿਲਣਾ ਕਿ ਨਹੀਂ ਮਿਲਣਾ ਹੈ, ਚਲੋ ਕੋਠੀ ਵੀ ਮੰਗ ਲਓ, ਇਹੀ ਮੰਗ ਲਓ। ਜਿਵੇਂ ਕਿ ਜੱਟ ਸੀ, ਨਾਲ ਦੇ ਪਿੰਡ ਇੱਕ ਸਾਧ ਆ ਗਏ। ਘਰ ਵਾਲੀ ਕਹਿੰਦੇ ਜੀ ਜਿਹੜਾ ਤੁਸੀਂ ਅੱਜ ਕੱਲ੍ਹ ਵਿਹਲੇ ਹੀ ਹੋ, ਵੀ ਜੋ ਸਾਧ ਦੀ ਸੇਵਾ ਕਰੋ, ਵੀ ਸ਼ਾਇਦ ਕੋਈ ਆਪਾਂ ਗੱਲ ਬਣ ਜੇ ਆਪਣੀ। ਅਤੇ ਉਹ ਸੇਵਾ ਕਰਦਾ ਰਿਹਾ। ਮਾਤਾ ਮਹੀਨੇ ਬਾਅਦ ਖੁਸ਼ ਹੋ ਗਏ, ਕਹਿੰਦੇ ਭਾਈ ਤੂੰ ਬਹੁਤ ਸੇਵਾ ਕਰਦਾ, ਤੈਨੂੰ ਕੀ ਚਾਹੀਦਾ? ਕਹਿੰਦੇ ਜੀ ਮੈਂ ਗਰੀਬ ਹਾਂ ਅਤੇ ਮੇਰੀ ਗਰੀਬੀ ਦੂਰ ਕਰ ਦਿਓ। ਕਹਿ ਤੂੰ ਕੀ ਕੰਮ ਕਰਦਾ? ਕਹਿ ਜੀ ਮੈਂ ਖੇਤੀਬਾੜੀ ਕਰਦਾ। ਕਹਿ ਤੇਰੇ ਕੋਲ ਲੱਕੜ ਦਾ ਸੁਹਾਗਾ ਹੈ? ਕਹਿੰਦਾ ਹਾਂ ਜੀ ਹੈ। ਕਹਿੰਦੇ ਐਂ ਕਰੀ ਫਿਰ,
ਤੋ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਆਪਣਾ ਰੋਟੀ ਪਾਣੀ ਖਾ ਲਈ, ਪਾਣੀ ਵੀ ਨਾਲ ਹੀ ਲੱਕ ਦੇ ਬੰਨ੍ਹ ਲਈ, ਜੋ ਖਾਣਾ ਪੀਣਾ ਖਾ ਲਈ, ਜੇ ਨਾ ਰੋਟੀ ਨਹੀਂ ਜਾਣੀ ਨਾਲ ਹੀ ਲੈ ਜੀ। ਸੂਰਜ ਨਿਕਲਣ ਤੋਂ ਪਹਿਲਾਂ ਖੇਤ 'ਚ ਪਹੁੰਚੀ। ਜਦੋਂ ਸੂਰਜ ਨਿਕਲਣ ਲੱਗਾ ਹੋਵੇ ਨਾ, ਉਦੋਂ ਸੁਹਾਗੇ ਨੂੰ ਉੱਪਰ ਸਿੱਧਾ ਖੜਾ ਕਰ ਲੈਣਾ, ਸੁਹਾਗੇ ਨੂੰ ਸਿੱਧਾ ਉੱਪਰ ਖੜਾ ਕਰ ਲੈਣਾ, ਉਹਨੂੰ ਹੱਥ ਪਾ ਲਈ, ਡਿੱਗੇ ਨਾ। ਜਦੋਂ ਸੂਰਜ ਨਿਕਲ ਆਵੇ ਵੀ ਇਹ ਚੜ੍ਹ ਗਿਆ ਸੂਰਜ, ਤੂੰ ਇਹੀ ਕਹਿੰਦਾ ਸੁਹਾਗੇ ਨੂੰ, ਕਹਿੰਦਾ ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ। ਅਗਲੇ ਦਿਨ ਸੂਰਜ ਚੜ੍ਹਨ ਤੱਕ 24 ਘੰਟੇ ਤੂੰ ਕਹੀ ਜੇ ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਇਹ ਸੋਨੇ ਦਾ ਹੋ ਜਾਏਗਾ ਅਤੇ ਬਸ ਫਿਰ ਤੇਰੀ ਗਰੀਬੀ ਦੂਰ। ਬੜਾ ਖੁਸ਼ ਹੈ। ਕਿੱਥੇ ਰਾਤ ਨੂੰ ਨੀਂਦ ਆਉਂਦੀ ਹੈ। ਚਲੋ ਜੀ, ਸਵੇਰੇ ਸਵੇਰੇ ਤਿਆਰ ਹੋ ਗਏ, ਚਲਿਆ ਗਿਆ। ਰੋਟੀ ਵੀ ਲੱਕ ਨਾਲ ਬੰਨ੍ਹ ਲਈ, ਪਾਣੀ ਵੀ ਲੱਕ ਨਾਲ ਬੰਨ੍ਹ ਲਏ, ਫਿਰ ਤਾਂ ਇੱਕ ਹੱਥ ਨਹੀਂ ਖਾ ਪੀ ਹੋਣਾ, ਇੱਕ ਹੱਥ ਦਾ ਸੁਹਾਗਾ ਫੜਿਆ ਹੋਇਆ ਹੈ। ਕਰੀ ਜਾ ਰਿਹਾ, ਸਾਰਾ ਦਿਨ ਕਰਦਾ ਰਿਹਾ, ਸਾਰੀ ਰਾਤ ਕਰਦਾ ਰਿਹਾ। ਜਦੋਂ 1-2 ਮਿੰਟ ਰਹਿ ਗਏ ਨਾ ਸੂਰਜ ਚੜ੍ਹਨ 'ਚ, ਮਨ 'ਚ ਆਇਆ ਉਹ ਸਾਧ ਨੂੰ ਨਾ ਧੋਖਾ ਕੀਤਾ। ਕਦੇ ਲੱਕੜ ਦਾ ਸੁਹਾਗਾ ਵੀ ਸੋਨੇ ਦਾ ਹੋਇਆ, ਅਤੇ ਸੁਹਾਗੇ ਨੂੰ ਮਾਰਿਆ ਧੱਕਾ, ਕਹਿੰਦਾ ਜਾ ਲੋਹੇ ਦਾ ਹੀ ਹੋ ਜਾ, ਅਤੇ ਜੇ ਉਹਨੇ ਕਿ ਜਾ ਲੋਹੇ ਦਾ ਹੋ ਜਾ, ਉਦੋਂ ਸੂਰਜ ਚੜ੍ਹ ਗਿਆ, ਉਹ ਲੋਹੇ ਦਾ ਹੋ ਗਿਆ। ਫਿਰ ਮੱਥੇ 'ਤੇ ਹੱਥ ਮਾਰਦਾ, ਮਿਲੇ ਵੀ ਆਖਰੀ ਸੈਕਿੰਡ 'ਚ ਜਾ ਕੇ। ਐਂ ਇਹ ਬੰਦਾ ਭਜਨ ਬੰਦਗੀ ਕਰਦਾ ਕਰਦਾ ਉਕਤਾ ਜਾਂਦਾ, ਕਦੇ ਕੋ ਮੇਰੇ ਭਾਗਾਂ 'ਚ ਕਿੱਥੇ ਜੀ। ਬਾਬਾ ਜੀ ਕਹਿੰਦੇ ਮਿਲਣਾ ਤੂੰ ਹੀ ਜੋ ਤੁਹਾਡੇ ਭਾਗਾਂ 'ਚ। ਪਤਾ ਨਹੀਂ ਰੱਬ ਭਾਗਾਂ 'ਚ ਹੈ ਕਿ ਨਹੀਂ, ਕਿਉਂ ਐਵੇਂ ਵਕਤ ਨੂੰ ਫੜੇ ਰਹਿਣ, ਆਪਣਾ ਖਾਓ ਪੀ, ਜੇ ਭਾਗਾਂ 'ਚ ਉਹ ਮਿਲ ਜੂ ਯਾਰ ਨਿਬੜਿਆ ਕੰਮ। ਜੇ ਯਾਰ ਬੜੇ ਸਾਲ ਹੋ ਗਏ ਕੋਈ ਗੱਲ ਹੀ ਨਹੀਂ ਬਣਦੀ, ਛੱਡੋ ਪਰਾਂ, ਕਿਉਂ ਐਵੇਂ ਔਖੇ ਜਿਹੇ ਐਂ ਖਿਆਲ ਆਈ ਜਿਹੜੇ ਛੱਡਦੇ ਬੰਦੇ। ਮੈਂ ਕਈ ਵਾਰੀ ਕਿਹਾ ਕਰਦਾ, ਮੰਨ ਲਓ 60 ਮਿੰਟ ਦਾ ਹੀ ਕੋਈ ਗੇਮ ਹੈ, ਤੁਸੀਂ ਆਪਣਾ ਹਾਕੀ ਖੇਡ ਰਹੇ ਹੋ, ਫੁੱਟਬਾਲ ਖੇਡ ਰਹੇ ਹੋ, ਪਰ ਕੋਈ 60 ਮਿੰਟ ਦੇ 59 ਮਿੰਟਾਂ ਤੱਕ ਤੁਸੀਂ ਕੋਈ ਗੋਲ ਨਹੀਂ ਕਰ ਸਕੇ। ਇਹ ਨਾ ਸੋਚੋ ਕਿ ਅਸੀਂ ਹਾਰ ਜਾਵਾਂਗੇ। ਕਈ ਵਾਰੀ ਮੈਂ ਦੇਖਿਆ, ਮੈਂ ਆਪ ਵੀ ਪਲੇਅਰ ਰਿਹਾ, ਮੈਂ ਆਪ ਰੈਫਰੀ ਵੀ ਰਿਹਾ। ਕਈ ਵਾਰੀ 59 ਮਿੰਟ ਅਤੇ 59 ਸੈਕਿੰਡ ਹੋਏ ਹੁੰਦੇ ਨੇ, ਜਦੋਂ ਗੋਲ ਹੋ ਜਾਂਦਾ ਅਤੇ ਰੈਫਰੀ ਲੰਬੀ ਵਿਸਲ ਮਾਰ ਦਿੰਦਾ। ਲੰਬੀ ਵਿਸਲ ਦਾ ਮਤਲਬ ਟਾਈਮ ਓਵਰ ਹੋ ਗਿਆ। ਐਨ ਉਸ ਵੇਲੇ 59 ਮਿੰਟ 59 ਸੈਕਿੰਡ 'ਤੇ ਜਾ ਕੇ ਗੋਲ ਹੋ ਜਾਂਦਾ ਅਤੇ ਫਤਿਹ ਹੋ ਜਾਂਦੀ ਹੈ। ਇਸ ਲਈ ਜਿੰਨਾ ਚਿਰ ਅਸੀਂ ਮਰ ਨਹੀਂ ਜਾਂਦੇ, ਹੌਸਲਾ ਨਹੀਂ ਛੱਡਣਾ। ਗਣਕਾ ਵਰਗਿਆਂ ਨੂੰ ਅਖੀਰਲੇ ਸੈਕਿੰਡ ਜਾ ਕੇ ਪਰਿਵਰਤਨ। ਸੱਪ ਨੇ ਡੰਗ ਮਾਰਿਆ ਉਸਨੂੰ, ਉਹਦੇ ਮੂੰਹ ਨਿਕਲਿਆ ਰਾਮ, ਅਤੇ ਨਾਲ ਦੀ ਨਾਲ ਹੀ ਬੈਕੁੰਠ ਧਾਮ ਨੂੰ ਚਲੇ ਗਏ। ਲੱਗੇ ਰਹਿਣਾ, ਹੌਸਲਾ ਨਹੀਂ ਛੱਡਣਾ ਹੈਗਾ ਵੀ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ। ਬਸ ਉਹ ਫਿਰ ਅਸੀਂ ਟਹਿੰਦੀਆਂ ਕਲਾ 'ਚ ਆ ਜਾਵਾਂਗੇ। ਕਹੋ ਮੈਂ ਕੀ ਰੱਬ ਦਾ ਵਿਗਾੜਿਆ ਹੈ, ਜੋ ਉਹਨੂੰ ਮਿਲ ਗਿਆ ਉਹਨੂੰ ਮਿਲ ਗਿਆ, ਉਹਨੂੰ ਮਿਲ ਗਿਆ, ਮੈਨੂੰ ਕਿਉਂ ਨਹੀਂ ਮਿਲੇਗਾ। ਚੜ੍ਹਦੀਆਂ ਕਲਾਂ 'ਚ ਰਹਿਣਾ, ਪੋਜ਼ੀਟਿਵ ਥਿੰਕਿੰਗ ਰੱਖਣੀ। ਸਾਡੀ ਸੋਚ ਜਿਹੜੀ ਹੈ ਹਾਂ ਪੱਖੀ ਹੋਣੀ ਚਾਹੀਦੀ ਹੈ। ਅੱਜ ਜਿੰਨਾ ਡਿਪਰੈਸ਼ਨ ਹੋ ਜਾਂਦਾ, ਹੋਰ ਕੀ ਹੈ, ਸੋਚ ਨਾ ਪੱਖੀ ਹੋ ਗਈ, ਹੋਰ ਕੁਛ ਵੀ ਨਹੀਂ। ਉਸ ਦੀ ਸੋਚ ਨੂੰ ਹਾਂ ਪੱਖੀ ਕਰਨ ਲਈ ਅਸੀਂ ਜਿਹੜਾ ਹੈ ਉਹਨੂੰ ਪਾਠ ਦਿੰਦੇ ਹਾਂ, ਪਿਆ ਤੂੰ ਪਾਠ ਕਰ, ਕਿਉਂਕਿ ਗੁਰਬਾਣੀ ਨੇ ਸਾਨੂੰ ਚੜ੍ਹਦੀਆਂ ਕਲਾਂ 'ਚ ਕਰ ਦੇਣਾ। ਗੁਰਬਾਣੀ ਨੇ ਸਾਨੂੰ ਢਹਿੰਦੀਆਂ ਕਲਾਂ 'ਚੋਂ ਕੱਢ ਕੇ ਚੜ੍ਹਦੀਆਂ ਕਲਾਂ 'ਚ ਕਰ ਦੇਣਾ। ਇਸ ਕਰਕੇ ਉਹਨੂੰ ਬਾਣੀ, ਤੂੰ ਬਾਣੀ ਪੜ੍ਹ ਜਲ ਪੀ, ਬਾਣੀ ਪੜ੍ਹ ਜਲ ਪੀ। ਹੌਲੀ ਹੌਲੀ ਬਾਣੀ ਕੀ ਕਰਦੇ ਆ, ਉਹਨੂੰ ਹੌਲੀ ਹੌਲੀ ਚੜ੍ਹਦੀਆਂ ਕਲਾਂ 'ਚ ਕਰ ਦਿੰਦੇ ਆ। ਉਹ ਡਿਪਰੈਸ਼ਨ 'ਚੋਂ ਬਾਹਰ ਨਿਕਲ ਜਾਂਦਾ। ਡਿਪਰੈਸ਼ਨ ਹੋਈ ਇਸੇ ਲਈ ਹੈ ਕਿ ਸੋਚ ਨਾ ਪੱਖੀ ਹੋ ਗਈ। ਆਤਮ ਹੱਤਿਆ ਮੈਂ ਦੇਖਿਆ ਬੰਦਾ ਉਦੋਂ ਕਰਦਾ ਜਦੋਂ ਉਹਦੀ ਸੋਚ ਨਾ ਪੱਖੀ ਹੋ ਜਾਂਦੀ। ਕੋਈ ਬਿਮਾਰੀ ਲੱਗ ਜਾਂਦੀ, ਉਹ ਕਹਿੰਦਾ ਯਾਰ ਇਸ ਨੇ ਤਾਂ ਹਟਣਾ ਹੀ ਨਹੀਂ ਹੈ ਬਿਮਾਰੀ,
ਦੁੱਖ ਭੋਗੀ ਜਾਣ ਨਾਲ ਚੰਗਾ ਮਰ ਜਾਓ। ਸੋਚ ਨਾ ਪੱਕੀ ਹੋ ਗਈ ਵੀ ਇਸ ਦੁੱਖ ਨੇ ਖਤਮ ਨਹੀਂ ਹੋਣਾ, ਵੀ ਇਸ ਦੁੱਖ ਨੇ ਖਤਮ ਹੀ ਨਹੀਂ ਹੋਣਾ, ਚੰਗਾ ਹੈ ਇਹਦੇ ਨਾਲੋਂ ਮਾਰੀ ਜਾਓ। ਜਦੋਂ ਸੋਚ ਨਾ ਪੱਖੀ ਹੋ ਜਾਂਦੀ ਹੈ ਉਦੋਂ ਹੀ ਬੰਦਾ ਆਤਮ ਹੱਤਿਆ ਕਰਦਾ। ਜਿਨ੍ਹਾਂ ਦੀ ਸੋਚ ਹਾਂ ਪੱਖੀ ਰਹਿੰਦੀ ਹੈ ਉਹ ਆਤਮ ਹੱਤਿਆ ਨਹੀਂ ਕਰਦੇ। ਉਹ ਪਿੱਛੇ ਵੇਖਦੇ ਨੇ ਫਲਾਣਾ ਦੁੱਖ ਆਇਆ ਸੀ ਉਹ ਵੀ ਮੇਰਾ ਖਤਮ ਹੋ ਗਿਆ, ਆ ਵੀ ਆਇਆ ਸੀ ਉਹ ਵੀ ਖਤਮ ਹੋ ਗਿਆ, ਇਹ ਵੀ ਖਤਮ ਹੋ ਜਾਏਗਾ, ਇਹ ਵੀ ਖਤਮ ਹੋ ਗਿਆ। ਬਾਕੀ ਫਿਰ ਜਿਹੜਾ ਹੈ ਬੰਦਾ ਧਰਮ ਨੂੰ ਜਾਣਦਾ ਉਹ ਕਹਿੰਦਾ ਭਾਈ ਕਰਮ ਭੋਗਣੇ ਨੇ, ਹੱਸ ਕੇ ਭੋਗ ਲਓ, ਰੋ ਕੇ ਭੋਗ ਲਓ, ਇਹ ਤਾਂ ਭੋਗਣੇ ਹੀ ਭੋਗਣੇ ਨੇ। ਜਦੋਂ ਬੰਦਾ ਜੇ ਮੈਂ ਕਈ ਵਾਰੀ ਜਿਹੜਾ ਮੋਹਾਲੀ ਆਪਣੇ ਸਤਸੰਗੀ ਬੀਬੀ ਉਹਨੂੰ ਕੈਂਸਰ ਹੋ ਗਿਆ, ਉਹ ਕਈ ਵਾਰੀ ਉਹ ਬਹੁਤ ਬਜ਼ੁਰਗ ਹੋ ਗਏ ਨੇ, ਹੁਣ ਕੈਂਸਰ ਨਾਲ ਸਰੀਰ ਪਤਲਾ ਹੋ ਗਿਆ, ਮੰਜੇ 'ਤੇ ਪਏ ਰਹਿੰਦੇ ਨੇ। ਚਲੋ ਨੂੰਹਾਂ ਹੈਗੀਆਂ ਸੇਵਾ ਕਰਦੀਆਂ ਨੇ। ਜਦੋਂ ਵੀ ਮੈਂ ਉਹਨਾਂ ਟੈਲੀਫੋਨ ਕਰਦਾ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਤੰਦਰੁਸਤਾਂ ਵਾਲੀ ਹੈ, ਆਵਾਜ਼ ਤੋਂ ਨਹੀਂ ਪਤਾ ਲੱਗਦਾ ਬਿਮਾਰ ਨੇ। ਭੈਣ ਜੀ ਕੀ ਹਾਲ ਚਾਲ ਹੈ? ਬਾਬਾ ਜੀ ਇਹ ਕਰਮ ਤੇ ਭੋਗਣੇ ਹੀ ਭੋਗਣੇ ਨੇ, ਕਰਮ ਭੋਗ ਲਾਂਗੇ ਬਸ, ਓਕੇ ਕਰਮ ਤੇ ਭੋਗਣੇ ਹੀ ਭੋਗਣੇ ਪੈਣੇ। ਜਦੋਂ ਕਹਿੰਦੇ ਕਰਮ ਭੋਗਣੇ ਹੀ ਭੋਗਣੇ ਪੈਣੇ ਨੇ ਫਿਰ ਬੰਦਾ ਕਰਮ ਭੋਗਣ ਲਈ ਤਿਆਰ ਹੋ ਜਾਂਦਾ ਅਤੇ ਫਿਰ ਜ਼ਿਆਦਾ ਮਾਨਸਿਕ ਤੌਰ 'ਤੇ ਡਾਊਨ ਨਹੀਂ ਹੁੰਦਾ ਹੈਗਾ। ਆਪਣੇ ਆਪ ਪੋਜ਼ੀਟਿਵ ਰੱਖਣਾ, ਆਪਣੀ ਸੋਚ ਨੂੰ ਹਾਂ ਪੱਖੀ ਰੱਖਣਾ, ਨਾ ਪੱਖੀ ਨਹੀਂ ਹੋਣ ਦੇਣਾ ਇਸ ਨੂੰ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਇਹ ਨਹੀਂ ਕਹਿਣਾ ਉਹ ਯਾਰ ਪਤਾ ਨਹੀਂ ਰੱਬ ਮਿਲੇਗਾ ਕਿ ਨਹੀਂ ਮਿਲੇਗਾ, ਪਤਾ ਨਹੀਂ ਮੈਂ ਇੰਟਰਵਿਊ 'ਚ ਕਾਮਯਾਬ ਹੋਵਾਂਗਾ ਕਿ ਨਹੀਂ, ਪਤਾ ਨਹੀਂ ਮੈਨੂੰ ਸਰਕਾਰੀ ਨੌਕਰੀ ਮਿਲੇਗੀ ਕਿ ਨਹੀਂ। ਵੀ ਕਿਉਂ? ਵੀ ਤੂੰ ਕੋਈ ਮਾਂ ਮਾਰੇ ਨੇ ਰੱਬ ਦੇ ਲਗਾ ਰਿਹਾ, ਤੂੰ ਕਰ ਯਤਨ। ਤੂੰ ਜੇ ਪਹਿਲੇ ਪਤਾ ਨਹੀਂ ਮੈਂ ਸਿਲੈਕਟ ਹੋਵਾਂਗਾ ਕਿ ਨਹੀਂ, ਵੀ ਦੱਸ ਤੂੰ ਤਾਂ ਇੰਟਰਵਿਊ ਨਹੀਂ ਚੱਜ ਨਾਲ ਦੇ ਸਕਦਾ, ਤੂੰ ਤਾਂ ਇੰਟਰਵਿਊ ਨਹੀਂ ਚੱਜ ਨਾਲ ਦੇਵੇਂਗਾ ਵੀ ਪਤਾ ਨਹੀਂ ਯਾਰ ਸਿਲੈਕਟ ਹੋਣਾ ਕਿ ਨਹੀਂ ਹੋਣਾ। ਕਿਉਂ? ਦੁਬਿਧਾ 'ਚ ਪੈ ਗਏ, ਦੁਬਿਧਾ ਪੈ ਦੋ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਸੋਚ ਹਾਂ ਪੱਖੀ ਹਮੇਸ਼ਾ ਜ਼ਿੰਦਗੀ 'ਚ ਰੱਖੀ ਦੀ, ਇਹਦਾ ਇੱਕ ਦਿਨ ਤੁਹਾਨੂੰ ਬਹੁਤ ਇਸ ਗੱਲ ਦਾ ਲਾਭ ਹੋਏਗਾ। ਨਾ ਪੱਖੀ ਸੋਚ ਨਹੀਂ ਆਉਣ ਦੇਣੀ। ਦੁੱਖ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਬਿਮਾਰੀਆਂ ਆਉਂਦੇ ਨੇ, ਕਈ ਪ੍ਰਕਾਰ ਦੇ ਦੁੱਖ ਹੁੰਦੇ ਨੇ, ਇਹ ਨਾ ਸੋਚੇ ਨੇ ਕਦੇ ਮੁੱਕਣੇ ਹੀ ਨਹੀਂ ਹੈ ਦੁੱਖ ਨੇ, ਇਹ ਨਹੀਂ ਸੋਚਣਾ। ਇਹ ਨਹੀਂ ਸੋਚਣਾ ਜਿਹੜਾ ਮੈਨੂੰ ਦੁੱਖ ਹੈ ਕਦੇ ਮੁੱਕਣਾ ਹੀ ਨਹੀਂ ਹੈ। ਜੇ ਸੁੱਖ ਨਹੀਂ ਸਦਾ ਰਿਹਾ ਤਾਂ ਫਿਰ ਦੁੱਖ ਵੀ ਸਦਾ ਨਹੀਂ ਰਹੇਗਾ। ਇਹ ਯਾਰ ਜੇ ਸੁੱਖ ਨਹੀਂ ਨਾ ਸਦਾ ਰਿਹਾ ਫਿਰ ਦੁੱਖ ਵੀ ਸਦਾ ਨਹੀਂ ਰਹੇਗਾ। ਇਸ ਲਈ ਸੋਚ ਨੂੰ ਹਾਂ ਪੱਖੀ ਰੱਖ ਕੇ ਇਹ ਜੀਵਨ ਜਿਉਣਾ ਹੈ ਅਤੇ ਭਜਨ ਬੰਦਗੀ ਕਰਨੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਰਹੋ ਸ਼ੱਕਰ ਖੰਡ ਮਾਇਆ ਤਨ ਮੀਠੀ, ਹਮ ਤੋਂ ਪੰਡ ਉਚਾਈ ਰੇ। ਸ਼ੱਕਰ ਖੰਡ, ਜਿਵੇਂ ਸ਼ੱਕਰ ਵੀ ਮਿੱਠੀ ਹੈ, ਖੰਡ ਵੀ ਮਿੱਠੀ ਹੈ, ਇਹ ਮਾਇਆ ਵੀ ਬੜੀ ਮਿੱਠੀ ਲੱਗਦੀ ਹੈ, ਮਾਇਆ ਬੜੀ ਚੰਗੀ ਲੱਗਦੀ ਹੈ। ਕਹਿੰਦੇ ਜਿਵੇਂ ਸ਼ੱਕਰ ਖੰਡ ਮਿੱਠੀ ਲੱਗਦੀ ਹੈ ਐਂ ਮਾਇਆ ਵੀ ਮਿੱਠੀ ਲੱਗਦੀ ਹੈ। ਹਮ ਤੋਂ ਪੰਡ ਉਚਾਈ, ਉਚਾਈ ਵੇਲੇ ਚੁੱਕੀ ਹੋਈ ਹੈ, ਅਸੀਂ ਤਾਂ ਇਸ ਮਾਇਆ ਦੀ ਪੱਡ ਸਿਰ 'ਤੇ ਚੁੱਕੀ ਹੋਈ ਹੈ ਕਿਉਂਕਿ ਸਾਨੂੰ ਬੜੀ ਚੰਗੀ ਲੱਗਦੀ ਹੈ। ਰਾਤ ਹਨੇਰੀ ਸੂਝਸ ਨਾਹੀਂ, ਲੱਜ ਟੂਕਸ ਮੂਸਾ ਭਾਈ ਰੇ। ਲੱਜ ਪਾ ਜੀ ਸਵਾਸਾਂ ਦੀ ਲੱਜ, ਮੂਸਾ ਸ਼ਬਦ ਹੈ ਚੂਹਾ, ਭਾਵ ਜਮ। ਹਨੇਰੀ ਰਾਤ ਹੈ, ਰਾਤ ਦਿਸ ਨਹੀਂ ਰਿਹਾ, ਸਿਰ 'ਤੇ ਪੰਡ ਚੱਕੀ ਹੋਈ ਹੈ। ਰਾਤ ਹਨੇਰੀ ਹੈ, ਹਨੇਰੇ ਕਰਕੇ ਦਿਸ ਨਹੀਂ ਰਿਹਾ, ਕੋਈ ਸੁਝਦਾ ਕੁਝ ਨਹੀਂ। ਅਤੇ ਜਿਹੜਾ ਸਵਾਸਾਂ ਦੀ ਜਿਹੜੀ ਸਾਡੀ ਲੱਜ ਹੈ ਉਹਨੂੰ ਜਮ ਰੂਪੀ ਚੂਹਾ ਟੁੱਕ ਰਿਹਾ ਹੈ, ਭਾਵ ਕਿਸੇ ਵੇਲੇ ਸਾਡੇ ਸਵਾਸ ਮੁੱਕ ਸਕਦੇ ਨੇ, ਸਾਡੀ ਡੈਥ ਹੋ ਸਕਦੀ ਹੈ। ਸੋ ਮਨੁੱਖ ਜਿਹੜਾ ਹੈ ਇਹ ਮਾਇਆ ਦੀ ਪੰਡ ਚੱਕੀ ਫਿਰਦਾ ਹੈ, ਸੋਚਦਾ ਇਹਨੂੰ ਹੈ ਨਹੀਂ, ਭਵਿੱਖ ਦਾ ਇਹਨੂੰ ਗਿਆਨ ਨਹੀਂ ਹੈ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ।
ਜੀਵਨ ਇਹਦਾ ਬੁਕਦਾ ਜਾ ਰਿਹਾ ਹੈ, ਇਹਨੂੰ ਸੋਝਦਾ ਨਹੀਂ ਹੈ। ਕਿਉਂਕਿ ਸਤ ਸੰਗਤ ਕਰੇ, ਕਿਸੇ ਸਾਧੂ ਦੀ ਗੁਰੂ ਦੀ ਸੰਗਤ ਕਰੇ, ਫਿਰ ਇਹਨੂੰ ਸੋਝੀ ਆਵੇ ਕਿ ਤੂੰ ਨਾਮ ਧਨ ਦੀ ਪੰਡ ਚੱਕਣੀ ਹੈ, ਤੂੰ ਸੰਸਾਰਕ ਧਨ ਦੀ ਪੰਡ ਚੱਕੀ ਫਿਰਦਾ। ਸੰਸਾਰਕ ਧਨ ਅਸੀਂ ਕਮਾਉਣਾ, ਇਹਦਾ ਸਾਨੂੰ ਹੁਕਮ ਹੈ। ਅਰੇ ਬਹੁਤ ਵਧੀਆ ਹੁਕਮ ਹੈ। ਗੁਰੂਆਂ ਜਿਹੜੇ ਕਹਿੰਦੇ ਨਾ ਕਿਰਤ ਕਰੋ, ਉਹਨੇ ਇਸੇ ਲਈ ਉਹਨਾਂ ਨੂੰ ਪਤਾ ਸੀ ਕਿਰਤ ਕਰਨਗੇ ਤਾਂ ਪੈਸਾ ਹੋਵੇਗਾ, ਪੈਸਾ ਹੋਵੇਗਾ ਤਾਂ ਹੀ ਰੋਟੀ ਪਾਣੀ ਦੇ ਕੱਪੜੇ ਦਾ ਪ੍ਰਬੰਧ ਹੋਵੇਗਾ ਨਾ। ਜੇ ਪੈਸੇ ਹੀ ਨਹੀਂ ਤਾਂ ਫਿਰ ਤਾਂ ਸਾਡੇ ਜੀਵਨ ਦੀਆਂ ਲੋੜਾਂ ਹੀ ਨਹੀਂ ਪੂਰੀਆਂ ਹੋਣ। ਕਿਰਤ ਕਰਨੀ ਹੈ, ਕਿਰਤ ਕਰਕੇ ਕਮਾਉਣਾ ਹੈ। ਸਾਡੇ ਕੋਲ ਪੈਸਾ ਹੋਏਗਾ, ਪੈਸੇ ਨਾਲ ਸਰੀਰਕ ਸੁੱਖ ਮਿਲਦੇ ਨੇ, ਪੈਸੇ ਨਾਲ ਮਾਨਸਿਕ ਸੁੱਖ ਨਹੀਂ ਮਿਲਦੇ। ਜੇ ਅਮੀਰ ਨੂੰ ਮਾਨਸਿਕ ਸੁੱਖ ਮਿਲੇ ਫਿਰ ਤਾਂ ਮੌਜਾਂ ਬੜੀਆਂ, ਇਹਨਾਂ ਨੂੰ ਸਰੀਰਕ ਸੁੱਖ ਤਾਂ ਮਿਲਦੇ, ਮਨ ਕਰਕੇ ਵੀ ਦੁਖੀ ਨੇ। ਇਸ ਲਈ ਗੁਰੂ ਮਹਾਰਾਜ ਜਦੋਂ ਮੈਂ ਵਿਚਾਰ ਕਰਦਾ, ਮੈਂ ਕਹਿੰਦਾ ਕਿੰਨੀ ਜ਼ਬਰਦਸਤ ਫਿਲਾਸਫੀ ਉਹਨਾਂ ਦੀ ਕਿ ਤੁਸੀਂ ਕਿਰਤ ਕਰੋ, ਤੁਹਾਡੇ ਕੋਲ ਪੈਸਾ ਹੋਏਗਾ, ਤੁਹਾਨੂੰ ਸਰੀਰਕ ਸੁੱਖ ਮਿਲਣਗੇ। ਤੁਸੀਂ ਨਾਮ ਜਪੋ, ਤੁਹਾਨੂੰ ਮਾਨਸਿਕ ਸੁੱਖ ਮਿਲਣਗੇ। ਜਿਹੜਾ ਬੰਦਾ ਸਰੀਰਕ ਤੌਰ 'ਤੇ ਵੀ ਸੁਖੀ ਹੈ ਅਤੇ ਮਨ ਕਰਕੇ ਵੀ ਸੁਖੀ ਹੈ, ਅਸਲ 'ਚ ਉਹ ਸੁਖੀ, ਅਸਲ ਉਹ ਸੁਖੀ। ਜਿਹੜਾ ਜਿਵੇਂ ਬਾਹਰੋਂ ਵੀ ਜਿਹੜਾ ਸਾਫ਼ ਹੈ ਅਤੇ ਅੰਦਰੋਂ ਵੀ ਸਾਫ਼ ਹੈ, ਅਸਲ ਉਹ ਸਾਫ਼ ਹੈ। ਜੇ ਕੋਈ ਬਾਹਰੋਂ ਨਿਰਾ ਸਾਫ਼ ਹੈ ਅਤੇ ਅੰਦਰੋਂ ਮੈਲਾ ਹੈ, ਗੁਰਬਾਣੀ ਕਹਿੰਦੀ ਇਹ ਉਹ ਸਾਫ਼ ਨਹੀਂ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਨਿਰਮਲ। ਇਸੇ ਤਰ੍ਹਾਂ ਹੀ ਅਸੀਂ ਬਾਹਰੋਂ ਵੀ ਸੁਖੀ ਹੋਣਾ, ਬਾਹਰੋਂ ਸੁਖੀ ਮਾਇਆ ਨਾਲ ਹੋ ਜਾਣਾ, ਅੰਦਰੋਂ ਵੀ ਸੁਖ ਹੋਣੀ ਹੈ, ਇਹ ਨਾਮ ਨਾਲ ਹੋਣਾ। ਇਸ ਲਈ ਸਿੱਖ ਨੇ ਦੋਨਾਂ ਕੰਮ ਕਰਨਾ। ਇਹ ਸਿੱਖ ਇਸ ਗੱਲ ਨੂੰ ਭੁੱਲਦੇ ਜਾ ਰਹੇ ਨੇ, ਇਸ ਕਰਕੇ ਨੇ ਜ਼ਿੰਦਗੀ ਦੁੱਖ ਵੱਧਦੇ ਜਾ ਰਹੇ ਨੇ। ਇਹਨਾਂ ਨੂੰ ਬਾਹਰਲਾ ਤਾਂ ਗਿਆਨ ਰਹਿ ਗਿਆ, ਅੰਦਰਲਾ ਬਹੁਤ ਸਾਰਾ ਭੁੱਲ ਭੁਲਾ ਗਿਆ ਵੀ ਨਾਮ ਵੀ ਜਪਣਾ ਹੈ। ਅੱਜ ਬਹੁਤੀ ਸਾਰੀ ਦੁਨੀਆ ਮਾਇਆ ਕਮਾਉਣ ਵਾਲੇ ਪਾਸੇ ਲੱਗੀ ਹੋਈ ਹੈ, ਨਾਮ ਜਪਣ ਵਾਲੇ ਪਾਸੇ ਬਹੁਤ ਘੱਟ ਲੋਕ ਨੇ। ਇਸ ਕਰਕੇ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਮਨੁੱਖ ਦੁਖੀ ਫਿਰ ਰਿਹਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਮਨਮੁਖ ਕਰੈ ਤੇਤਾ ਦੁੱਖ ਲਾਗੈ, ਗੁਰਮੁਖ ਮਿਲੈ ਵਡਾਈ ਰਹਿ। ਜਿਹੜੇ ਮਨਮੁਖ ਨੇ, ਮਨ ਦੇ ਆਖੇ ਲੱਗਣ ਵਾਲੇ ਕਹਿੰਦੇ ਮਨਮੁਖ, ਗੁਰੂ ਦੇ ਆਖੇ ਲੱਗਣ ਵਾਲੇ ਨੂੰ ਕਹਿੰਦੇ ਨੇ ਗੁਰਮੁਖ। ਧਰਮ ਦੇ ਵਿੱਚ ਦੋ ਪ੍ਰਕਾਰ ਦੇ ਬੰਦੇ ਨੇ ਬਸ, ਜਾਂ ਮਨਮੁਖ ਨੇ ਜਾਂ ਗੁਰਮੁਖ ਨੇ। ਜਾਂ ਆਪਣੀ ਮਰਜ਼ੀ ਕਰਨ ਵਾਲੇ ਨੇ ਜਾਂ ਗੁਰੂ ਦੀ ਮਰਜ਼ੀ ਕਰਨ ਵਾਲੇ ਨੇ। 99% ਤੇ ਆਪਣੀ ਮਰਜ਼ੀ ਕਰਨ ਵਾਲੇ ਨੇ, 1% ਹੋਏਗਾ ਜਿਹੜਾ ਗੁਰੂ ਦੀ ਮਰਜ਼ੀ ਕਰਦਾ ਹੋਵੇ। ਜਿਹੜਾ ਗੁਰਮੁਖ ਹੋਵੇ ਉਹਦੀ 1% ਮਸਾ ਰੋਤ ਹੋ ਕੇ ਹੋਵੇਗਾ, ਕਿਉਂਕਿ ਗੁਰੂ ਦੇ ਆਖੇ ਲੱਗਣਾ ਬਹੁਤ ਮੁਸ਼ਕਿਲ ਹੈ। ਗੁਰੂ ਦੇ ਆਖੇ ਲੱਗਣਾ ਗੁਰਬਾਣੀ ਅਨੁਸਾਰ ਜੀਵਨ ਜਿਹੜਾ ਬਹੁਤ ਮੁਸ਼ਕਿਲ ਹੈ, ਅਤੇ ਮਨੁੱਖ ਸੌਖੇ ਸੌਖੇ ਕੰਮ ਕਰਨ ਨੂੰ ਤਿਆਰ ਹੁੰਦਾ। ਇਮਤਿਹਾਨ 'ਚ ਦੇਖੇ ਨੇ, ਪਹਿਲਾਂ ਅਸੀਂ ਸੌਖੇ ਸੌਖੇ ਸਵਾਲ ਹੱਲ ਕਰਦੇ ਹਾਂ, ਜਿਹੜੇ ਔਖੇ ਨੇ ਵੀ ਇਹਨਾਂ ਨੂੰ ਪਹਿਲਾਂ ਸੌਖੇ ਨਿਬੇੜ ਦਈਏ, ਫਿਰ ਔਖੇ ਕਰਾਂਗੇ। ਇਹ ਨਾ ਵੀ ਪਹਿਲੇ ਹੀ ਕਿਸੇ ਔਖੇ ਸਵਾਲ ਨੂੰ ਹੱਲ ਪਾ ਰਿਹਾ, ਉਸ 'ਚ ਉਲਝ ਗਏ ਅਤੇ ਬਹੁਤਾ ਸਮਾਂ 3 ਘੰਟਿਆਂ 'ਚ ਉਹ ਇੱਕ ਤੇ ਉਲਝਣ 'ਚ ਨਾ ਲੰਘ ਜਾਏ ਵੀ ਪਹਿਲਾਂ ਸੌਖੇ ਸੌਖੇ ਨਿਬੇੜ ਲਓ, ਫਿਰ ਬਾਅਦ 'ਚ ਲੱਗੇ ਰਹਾਂਗੇ। ਇਸ ਲਈ ਮਨੁੱਖ ਸੌਖੇ ਸੌਖੇ ਕੰਮ ਕਰਦਾ ਰਹਿੰਦਾ। ਇਹ ਨਾਮ ਜਿਹੜਾ ਜਪਣਾ ਆਖਣ ਔਖਾ ਸੱਚਾ ਨਹੀਂ, ਇਹ 'ਚ ਕੋਈ ਸ਼ੱਕ ਨਹੀਂ। ਨਾਮ ਜਪਣਾ ਸਭ ਤੋਂ ਔਖਾ ਕੰਮ ਹੈ ਸੰਸਾਰ 'ਚ। ਸੰਸਾਰ 'ਚ ਸਭ ਤੋਂ ਔਖਾ ਕੰਮ ਨਾਮ ਜਪਣਾ ਹੈ। ਇਸ ਲਈ ਬਹੁਤ ਘੱਟ ਲੋਕ ਨੇ ਜਿਹੜੇ ਨਾਮ ਜਪਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਮਨਮੁਖ ਕਰੈ, ਮਨਮੁਖ ਜਿੰਨਾ ਵੀ ਕਰਦੇ ਹਨ ਤੇਤਾ ਦੁੱਖ ਲੱਗ, ਉਹਨੇ ਹੀ ਇਹਨਾਂ ਨੂੰ ਦੁੱਖ ਲੱਗਦਾ ਹੈ। ਕਿਉਂ? ਇਹਨਾਂ ਮਨਮਰਜ਼ੀ ਕਰਨੀ। ਯਾਦ ਰੱਖਣਾ ਮਨਮੁਖ ਦੁਖੀ ਕਿਉਂ ਹੁੰਦਾ? ਧਰਮ ਕਹਿੰਦਾ ਜਿਹੜਾ ਮਨ ਸਾਡਾ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਜਨਮਾਂ ਜਨਮਾਂਤਰਾਂ ਦੇ ਇਸ ਮਨ ਨੂੰ ਮਾੜੇ ਖਿਆਲਾਂ, ਮਾੜੇ ਕਰਮਾਂ ਦੀ ਮੈਲ ਲੱਗੀ ਹੋਈ ਹੈ। ਮਨ ਤੇ ਮੈਲਾ ਹੈ, ਮਨ ਤੇ ਭੈੜਾ ਹੈ।
ਭੈੜਾ ਬੰਦਾ ਤੁਹਾਨੂੰ ਕਦੇ ਚੱਜ ਦੀ ਸਲਾਹ ਨਹੀਂ ਦੇਗਾ। ਕੀ ਸ਼ਰਾਬ ਪੀਣਾ ਵਾਲਾ ਕਦੇ ਤੁਹਾਨੂੰ ਕਹੇਗਾ ਵੀ ਸ਼ਰਾਬ ਨਾ ਪੀਆ ਕਰੋ? ਕਦੇ ਨਹੀਂ ਕਹੇਗਾ। ਉਹ ਤਾਂ ਕਹੇਗਾ ਤੂੰ ਤਾਂ ਕਮਲੇ ਹੋ, ਉਹ ਘਾਹ ਖਾਣੇ ਹੋ, ਉਹ ਦਾਲ ਖਾਣੇ ਹੋ, ਕੋਈ ਖਾ ਪੀਓ। ਜਿਵੇਂ ਇੱਕ ਬੰਦਾ ਹੱਸਦਾ ਕਹਿੰਦਾ ਕਦੇ ਐਵੇਂ ਹੀ ਬਾਬੇ ਲੱਗੇ ਰਹਿੰਦੇ ਨੇ ਅਤੇ ਆਊਟਪੁੱਟ ਕੋਈ ਹੁੰਦੀ ਨਹੀਂ। ਤੁਸੀਂ ਅਨਾਊਂਸਮੈਂਟ ਕਰ ਦਿਓ, ਜਿਹੜਾ ਸਵੇਰੇ ਗੁਰਦੁਆਰਾ ਮੱਥੇ ਟੇਕਣ ਆਏਗਾ ਉਹਨੂੰ 2 ਆਂਡਿਆਂ ਦਾ ਆਮਲੇਟ ਬਣਾ ਕੇ ਦਿੱਤਾ ਜਾਏਗਾ ਅਤੇ ਨਾਲ ਚਾਹ ਦਾ ਕੱਪ ਦਿੱਤਾ ਜਾਏਗਾ। ਦੇਖੋ ਰੌਣਕ ਹੀ ਰੌਣਕ ਹੋ ਜਾਏਗੀ। ਲੋੜ ਨਹੀਂ ਕਦੇ ਪ੍ਰਚਾਰ ਕਰਨ ਦੀ ਵਾਧੂ ਦੇ। ਸਿੱਖੀ ਬਣਾਉਣੇ ਨੇ, ਕਰ ਦਿਓ। ਜਿਹੜਾ ਸਵੇਰੇ ਆਏਗਾ ਗੁਰਦੁਆਰਾ ਸਾਹਿਬ, ਜਿਹੜੀ ਬ੍ਰੇਕਫਾਸਟ ਹੈ, ਆਮਲੇਟ ਦਿੱਤਾ ਜਾਏਗਾ, ਨਾਲ ਚਾਹ ਦਾ ਕੱਪ ਦਿੱਤਾ ਜਾਏਗਾ। ਦੇਖਿਓ ਫਿਰ ਕਿੰਨੇ ਆਉਂਦੇ ਨੇ। ਕਿ ਲੋੜ ਔਖੇ ਹੋਈ ਜਾਂਦੇ 10-10 ਦਿਨ ਦੀਵਾਨ ਲਓ, 50 ਬੰਦੇ ਅੰਮ੍ਰਿਤ ਨਹੀਂ ਛਕਦੇ। ਉਹ ਦੁਨੀਆ ਦੇ ਕਿਉਂ ਇਸ ਪਾਸੇ ਲੱਗਣ ਬੜੀ ਦੁਨੀਆ। ਨਾਮ ਜਪਣ ਵਾਲੇ ਪਾਸੇ ਵਾਕਈ ਘੱਟ ਹੁੰਦੇ। ਮਨਮੁਖ ਨੂੰ ਇਸ ਲਈ ਦੁੱਖ ਲੱਗਦਾ ਕਿ ਸਾਡਾ ਮਨ ਮੈਲਾ ਹੈ, ਸਾਡਾ ਮਨ ਭੈੜਾ ਹੈ। ਜਦੋਂ ਅਸੀਂ ਮਨ ਦੇ ਆਖੇ ਲੱਗਦੇ ਹਾਂ ਫਿਰ ਅਸੀਂ ਭੈੜੇ ਕੰਮ ਕਰਦੇ ਹਾਂ, ਕਿਉਂਕਿ ਭੈੜਾ ਬੰਦਾ ਸਾਨੂੰ ਭੈੜੀ ਸਲਾਹ ਦੇਗਾ। ਜਦੋਂ ਅਸੀਂ ਭੈੜੇ ਕੰਮ ਕਰਨੇ ਫਿਰ ਤਾਂ ਨਤੀਜਾ ਦੁੱਖ ਰੂਪ ਹੋਣਾ ਹੀ ਹੋਣਾ। ਇਸ ਕਰਕੇ ਮਨਮੁਖ ਜੋ ਵੀ ਕਰਦੇ ਨੇ ਉਹ ਦੁੱਖ ਰੂਪ ਹੋ ਜਾਂਦਾ ਹੈ। ਗੁਰਮੁਖ ਮਿਲੇ ਵਡਾਈ ਰੇ। ਪਰ ਜਿਹੜਾ ਗੁਰਮੁਖ ਹੁੰਦਾ, ਜਿਹੜਾ ਗੁਰੂ ਦੇ ਆਖੇ ਲੱਗਦਾ, ਉਹਨੂੰ ਲੋਕ ਪਰਲੋਕ 'ਚ ਵਡਿਆਈ ਮਿਲਦੀ ਹੈ। ਕਿਉਂ? ਉਹਨੇ ਦੇ ਸ਼ੁਭ ਕਰਮ ਕਰਨੇ, ਸ਼ੁਭ ਕਰਮ ਕਰਨੇ ਨੇ, ਨਾਮ ਜਪਣਾ ਉਹਨੇ। ਜੋ ਤਿਨ ਕੀਆ ਸੋਈ ਹੁਆ, ਕੀਰਤਨ ਮਿਟਿਆ ਜਾਈ। ਜੋ ਤਿਨ ਕੀਆ, ਜੋ ਪਰਮਾਤਮਾ ਨੇ ਕੀਤਾ ਉਹੀ ਹੁੰਦਾ। ਪਰਮਾਤਮਾ ਜੋ ਕਰਦਾ ਉਹੀ ਹੁੰਦਾ। ਕੀਰਤਨ ਮਿਟਿਆ ਜਾਈ। ਇਹ ਬੰਦਾ ਜੇ ਮਨਮੁਖ ਹੈ ਨਾ, ਇਸ ਤੋਂ ਕੀਤੇ ਕਰਮਾਂ ਦਾ ਪ੍ਰਭਾਵ ਨਹੀਂ ਮਿਟਦਾ, ਕਿਉਂਕਿ ਕਰਮ ਜਿਹੜੇ ਮਿਟਦੇ ਨੇ ਨਾਮ ਜਪ ਕੇ। ਮਨਮੁਖ ਨਾਮ ਨਹੀਂ ਜਪਦਾ, ਇਸ ਲਈ ਉਹਦੇ ਕਰਮ ਮਿਟਦੇ ਨਹੀਂ ਹੈਗੇ। ਜੋ ਉਸਨੇ ਕੀਤਾ ਫਿਰ ਉਹੀ ਉਹਨੂੰ ਭੋਗਣਾ ਪੈਂਦਾ, ਕਿਉਂਕਿ ਉਹਨੇ ਕਰਮ ਕੀਤਾ ਉਹ ਮਿਟਦੇ ਨਹੀਂ ਹੈਗੇ। ਨਾਮ ਜਪੇਗਾ ਤਾਂ ਮਿਟਣਗੇ। ਮਨਮੁਖ ਨਾਮ ਜਪਦਾ ਨਹੀਂ, ਇਸ ਲਈ ਉਹਦੇ ਕਰਮ ਮਿਟਦੇ ਨਹੀਂ ਹੈਗੇ। ਸੋ ਭਰ ਭਰੇ ਨਾ ਹੋਵੇਂ ਊਣੇ, ਜੋ ਰਾਤੇ ਰੰਗ ਲਾਈ ਰੇ। ਰੰਗ ਪਿਆਰ ਨੂੰ ਕਹਿੰਦੇ ਨੇ। ਇੱਕ ਤਾਂ ਰੰਗ ਕਲਰ ਹੁੰਦਾ, ਲਾਲ ਰੰਗ, ਫਲਾਣਾ ਰੰਗ। ਇਹ ਜੋ ਰਾਤੇ ਰੰਗ ਲਾਈ ਰੇ, ਜੋ ਰੱਬੀ ਪਿਆਰ ਵਿੱਚ ਰੰਗੇ ਹੋਏ ਹਨ, ਉਹ ਤਾਂ ਐਂ ਸਮਝੋ ਨੱਕੋ ਨੱਕ ਭਰੇ ਨੇ, ਸੁਭਾਰ ਪੂਰੀ ਤਰ੍ਹਾਂ ਭਰੇ ਹੋਏ। ਉਹ ਕਦੇ ਊਣੇ ਹੁੰਦੇ ਹੀ ਨਹੀਂ ਹੈ, ਉਹ ਕਦੇ ਖਾਲੀ ਹੁੰਦੇ ਹੀ ਨਹੀਂ ਹੈ, ਕਿਉਂਕਿ ਪਰਮਾਤਮਾ ਦੇ ਪਿਆਰ 'ਚ ਰੰਗੇ ਹੋਏ ਹਨ। ਐਂ ਸਮਝੋ ਤੇ ਨੱਕੋ ਨੱਕ ਭਰੇ ਹੋਏ ਹਨ, ਉਹ ਊਣੇ ਹੁੰਦੇ ਹੀ ਨਹੀਂ ਹੈ। ਤਿਨ ਕੀ ਪੰਕਜ ਹੋਵੇ ਜੇ ਨਾਨਕ, ਪੰਕ ਹੁੰਦਾ ਚਰਨ ਧੂੜ। ਤਿਨ ਕੀ ਪੰਕ ਹੋਵੇ ਜੇ ਨਾਨਕ, ਹੈ ਨਾਨਕ ਜੇ ਉਹਨਾਂ ਦੇ ਅਜੇ ਪਰਮਾਤਮਾ ਦੇ ਪਿਆਰ 'ਚ ਰੰਗੇ ਹੋਏ ਨੇ, ਜੇ ਕੋਈ ਉਹਨਾਂ ਦੀ ਚਰਨ ਧੂੜ ਹੋ ਜਾਏ ਨਾ, ਤਾਂ ਮੂੜਾ ਕਿਛ ਪਾਈ ਹੈ। ਫਿਰ ਇਸ ਮੂਰਖ ਮਨ ਨੂੰ ਕੁਝ ਪ੍ਰਾਪਤ ਹੋ ਸਕਦਾ ਹੈ। ਜਿਹੜੇ ਚਰਨ ਧੂੜ ਹੋ ਜਾਏ, ਆਪਣੇ ਅੰਦਰ ਨਿਮਰਤਾ ਲਿਆਵੇ, ਨਿਮਰਤਾ ਲਿਆ ਕੇ ਫਿਰ ਉਹਨਾਂ ਦੀ ਸੰਗਤ ਕਰੇ। ਇਹ ਚਰਨ ਧੂੜ ਹੋਣਾ। ਗੁਰੂ ਦੀ ਸਾਧ ਦੀ ਚਰਨ ਧੂੜ ਹੋਣ ਤੋਂ ਕੀ ਮਤਲਬ? ਨਿਮਰਤਾ ਸਾਹਿਤ ਉਹਨਾਂ ਦੀ ਸੰਗਤ ਕਰਨਾ, ਉਹਨਾਂ ਦੀ ਸੇਵਾ ਕਰਨਾ, ਇਹ ਹੈ ਕਿਸੇ ਦੀ ਚਰਨ ਧੂੜ ਹੋਣਾ। ਗੌੜੀ ਚੇਤੀ ਮਹਿਲਾ ਪਹਿਲਾ। ਕਤ ਕੀ ਮਾਈ ਬਾਬ ਕਤ ਕੇਰਾ, ਕਿਦੋਂ ਦੱਦੇ ਦੇ ਟਿੱਪੀ, ਕਿਦੋਂ ਥਾਵੋਂ ਹਮ ਆਏ। ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਕਤ ਕੀ ਮਾਈ, ਸਾਡੀ ਮਾਂ ਪਤਾ ਨਹੀਂ ਕਦੋਂ ਕਦੀ ਹੈ, ਜਿਹੜੀ ਹੁਣ ਮਾਂ ਬਣੀ ਹੈ, ਇਹ ਪਤਾ ਨਹੀਂ ਕਦੋਂ ਪਹਿਲਾਂ ਵੀ ਸਾਡੀ ਮਾਂ ਸੀ। ਅਸੀਂ ਇਹ ਦੱਸ ਹੀ ਨਹੀਂ ਸਕਦੇ ਕਿ ਕਦੋਂ ਦੀ ਸਾਡੀ ਮਾਂ ਹੈ, ਕਦੋਂ ਦੇ ਸਾਡਾ ਬਾਪ ਹੈ, ਭਾਵ ਅਸੀਂ ਕਦੋਂ ਦੇ ਸੰਸਾਰ 'ਚ ਤੁਰੇ ਫਿਰਦੇ ਹਾਂ।
ਪਤਾ ਨਹੀਂ ਕਦੋਂ ਅਸੀਂ ਪਰਮਾਤਮਾ ਤੋਂ ਵਿਛੜੇ ਅਤੇ ਫਿਰ ਅੱਡ ਅੱਡ ਜਨਮ ਸਾਨੂੰ ਲੈਣੇ ਪੈ ਗਏ। ਸੰਤ ਵਰਿਆਮ ਸਿੰਘ ਜੀ 18 ਸਾਲ ਦੇ ਸਨ ਜਦੋਂ ਪਹਿਲੀ ਵਾਰ ਸੰਤ ਈਸ਼ਰ ਸਿੰਘ ਮਹਾਰਾਜ ਨੂੰ ਮਿਲੇ। ਮਗਰਲੀ ਕਮਾਈ ਸੀ। ਜਾ ਖੜੇ ਨੇ ਸੰਤ ਈਸ਼ਰ ਸਿੰਘ ਮਹਾਰਾਜ ਕਹਿੰਦੇ, ਕਾਕਾ ਤੂੰ ਕੌਣ ਹੈ? ਜੇ ਤਾਂ ਕਿ ਤੇਰਾ ਕੀ ਨਾਂ ਹੈ? ਫਿਰ ਤਾਂ ਕਹਿੰਦੇ ਵਰਿਆਮ ਸਿੰਘ ਹੈ ਜੀ। ਕਹਿੰਦੇ ਕਾਕਾ ਤੂੰ ਕੌਣ ਹੈ? ਚੁੱਪ। ਫਿਰ ਕੁਝ ਦੇਰ ਬਾਅਦ ਕਹਿੰਦੇ, ਕਾਕਾ ਤੂੰ ਕੌਣ ਹੈ? ਸੰਤ ਵਰਿਆਮ ਸਿੰਘ ਕਹਿੰਦੇ, ਮੈਂ ਚੁੱਪ। ਜਿਹੜੇ ਸਾਡੇ ਵਰਗੇ ਅਗਿਆਨੀ ਬੈਠੇ ਸੀ ਉਹ ਕਹਿੰਦੇ, ਕਾਕਾ ਨਾਮ ਦੱਸ ਦੇ। ਮਹਾਂਪੁਰਖ ਕਹਿੰਦੇ, ਚਲੋ ਚਲੋ ਤੁਹਾਨੂੰ ਨਹੀਂ ਪਤਾ ਮੈਂ ਕੀ ਪੁੱਛ ਰਿਹਾ, ਚੁੱਪ ਕਰੋ ਤੁਸੀਂ। ਚੁੱਪ ਕਰ ਜਿਹੜੇ ਝਿੜਕਦੇ ਵੀ ਤੁਹਾਨੂੰ ਨਹੀਂ ਪਤਾ ਮੈਂ ਕੀ ਪੁੱਛ ਰਿਹਾ। ਫਿਰ ਕੁਝ ਦੇਰ ਬਾਅਦ, ਕਾਕਾ ਤੂੰ ਕੌਣ ਹੈ? ਸੰਤ ਵਰਿਆਮ ਸਿੰਘ ਜੀ ਕਹਿੰਦੇ ਵੀ ਮੈਨੂੰ ਇਹ ਤਾਂ ਪਤਾ ਜੀ ਮੈਂ ਕੌਣ ਹਾਂ, ਪਰ ਮੈਨੂੰ ਦੱਸਣਾ ਨਹੀਂ ਆਉਂਦਾ। ਮੈਨੂੰ ਮਗਰਲਾ ਜੀਵਨ ਉਦੋਂ ਮਗਰਲਾ ਜੀਵਨ ਉਦੋਂ ਮਗਰਲਾ ਜੀਵਨ ਉਦੋਂ ਮਗਰਲਾ ਜੀਵਨ ਉਦੋਂ ਮਗਰਲਾ ਜੀਵਨ, ਜਦੋਂ ਮੈਂ ਪਰਮਾਤਮਾ ਤੋਂ ਅਲੱਗ ਹੋਇਆ ਸੀ ਮੈਂ ਉੱਥੋਂ ਤੱਕ ਪਹੁੰਚ ਗਿਆ, ਪਰ ਮੈਂ ਕੌਣ ਹਾਂ ਇਹ ਮੈਨੂੰ ਦੱਸਣਾ ਨਹੀਂ ਆਉਂਦਾ। ਮਹਾਂਪੁਰਖ ਕਹਿੰਦੇ, ਕਾਕਾ ਸਿਰਫ ਇੱਕੋ ਕਦਮ ਤੂੰ ਹੋਰ ਪੁੱਟਣਾ, ਫਿਰ ਤੂੰ ਪੂਰਨ ਹੋ ਜਾਏਗਾ। ਸਿਰਫ ਇੱਕੋ ਕਦਮ ਹੋਰ ਪੁੱਟਣਾ। ਸੋ ਇਸ ਲਈ ਸਾਧੂ ਸੰਤਾਂ ਦਾ ਜਿਹੜਾ ਮੇਲ ਹੋਣਾ ਇਹ ਵੀ ਵੱਡੇ ਭਾਗਾਂ ਨਾਲ ਮੇਲ ਹੁੰਦੇ ਨੇ। ਸਾਧੂ ਐਵੇਂ ਨਹੀਂ ਮਿਲਿਆ ਕਰਦੇ। ਬਹੁਤੇ ਤਾਂ ਸੰਤ ਈਸ਼ਰ ਸਿੰਘ ਮਹਾਰਾਜ ਦਾ ਮੈਂ ਨਾ ਆਪਣੇ ਦੋਸਤ ਨੂੰ ਮਿਲਣ ਲਈ ਆਇਆ ਆਪਣੇ ਪਿੰਡੋਂ। ਉਹ ਅਹਿਮਦਗੜ੍ਹ ਦੇ ਨੇੜੇ ਉਹਨਾਂ ਦਾ ਪਿੰਡ ਸੀ, ਉੱਥੇ ਰਹਿੰਦੇ ਸੀ। ਅਹਿਮਦਗੜ੍ਹ ਮੈਂ ਗੱਡੀ ਤੋਂ ਉਤਰਿਆ, ਰੇਲਵੇ ਲਾਈਨ ਦੇ ਨਾਲ ਤੁਰ ਕੇ ਜਾਣਾ ਸੀ, ਰੇਲਵੇ ਦੇ ਨਾਲ ਹੀ ਉਹਨਾਂ ਦਾ ਘਰ ਸੀ ਅੱਗੇ। ਰਾਹ ਦੇ ਕਿਤੇ ਸੰਤ ਈਸ਼ਰ ਸਿੰਘ ਮਹਾਰਾਜ ਦਾ ਇੱਕ ਸਕੂਲ ਦੇ ਗਰਾਊਂਡ ਦੀਵਾਨ ਲੱਗਾ ਹੋਇਆ। ਮੈਨੂੰ ਨਹੀਂ ਸੀ ਪਤਾ, ਮੈਂ ਪਹਿਲੀ ਵਾਰੀ ਸੁਣਿਆ, 1963 ਦੀ ਗੱਲ ਹੈ। ਮੈਂ ਰੁਕ ਗਿਆ। ਮੈਂ ਯਾਰ ਬੜੀ ਪਿਆਰੀ ਆਵਾਜ਼ ਹੈ। ਇੱਕ ਬੰਦਾ ਮੈਨੂੰ ਮਿਲ ਪਿਆ ਰਾਜ ਲੰਘਦਾ ਹੋਇਆ। ਮੈਂ ਜੀ ਕੌਣ ਬੋਲ ਰਹੇ ਨੇ? ਕਹਿੰਦੇ ਸੰਤ ਈਸ਼ਰ ਸਿੰਘ ਮਹਾਰਾਜ ਦੇ ਦੀਵਾਨ ਲੱਗੇ ਨੇ। ਮੈਂ ਜੀ ਕੱਲ੍ਹ ਨੂੰ ਵੀ ਲੱਗਣਗੇ? ਕਹਿੰਦੇ ਹਾਂ ਕੱਲ੍ਹ ਦਾ ਦੇਣੀ ਹੈ ਬਸ। ਚਲੋ, ਕਿਉਂ ਮੈਨੂੰ ਇਹ ਸੀ ਵੀ ਉਹ ਮੈਨੂੰ ਉਡੀਕਣਗੇ ਵੀ ਗੱਡੀ ਲੰਘ ਗਈ ਹੈ, ਉਹ ਪਹੁੰਚਿਆ ਨਹੀਂ ਹੈ। ਮੈਂ ਗਿਆ। ਅਗਲੇ ਦਿਨ ਮੈਂ ਸਹਿਜ ਸੁਭਾਅ ਗੱਲ ਕੀਤੀ। ਉਹ ਦੋ ਭਰਾ ਸਨ ਮੇਰੇ ਦੋਸਤ। ਵੱਡਾ ਜਿਹੜਾ ਆਸਤਕ ਸੀ, ਜਿਹੜਾ ਮੇਰਾ ਦੋਸਤ ਆ, ਦੂਜੇ ਥੋੜ੍ਹਾ ਨਾਸਤਕ ਨੇ। ਮੈਂ ਕਿਹਾ ਯਾਰ ਰਾਜ ਨਾ ਸੰਤ ਈਸ਼ਰ ਸਿੰਘ ਮਹਾਰਾਜ ਦੇ ਦੀਵਾਨ ਲੱਗੇ ਸੀ, ਬੜੀ ਪਿਆਰੀ ਆਵਾਜ਼ ਸੀ ਉਹਨਾਂ ਦੀ। ਛੋਟਾ ਭਰਾ ਕਹਿੰਦਾ, ਆਹੋ ਇਹ ਪੂਪਣੇ ਸਾਧ ਫਿਰੀਜਨ ਥਾਂ ਥਾਂ 'ਤੇ। ਦੱਸ, ਕਹਿੰਦੇ ਤਾਂ ਪੂਪਣੇ ਸਾਧ ਫਿਰੀ ਜਾਂਦੇ ਨੇ। ਆਪਣੇ ਬੰਦਾ ਉਹੀ ਹੈ, ਆਪਣੇ ਆਪਣੇ ਵਿਚਾਰ ਨੇ। ਜਿਹੜਾ ਮਨ ਦੇ ਅਨੁਸਾਰ ਵਿਚਾਰ ਪੇਸ਼ ਕਰ ਰਿਹਾ ਉਹ ਹੋਰ ਤਰ੍ਹਾਂ ਕਹਿ ਰਿਹਾ, ਜਿਹੜਾ ਗੁਰੂ ਦੇ ਅਨੁਸਾਰ ਚੱਲਦਾ ਹੋਰ ਤਰ੍ਹਾਂ ਕਹਿ ਰਿਹਾ। ਇਸ ਲਈ ਕਹਿੰਦੇ ਪਤਾ ਹੀ ਨਹੀਂ। ਜੇ ਕਹਿੰਦੇ ਕੌਣ ਹੈ ਤੂੰ? ਕਹਿੰਦੇ ਮੈਨੂੰ ਦੱਸਣਾ ਨਹੀਂ ਆਉਂਦਾ ਮੈਂ ਕੌਣ ਹਾਂ। ਸੋ ਕਦੋਂ ਦੀ ਸਾਡੀ ਮਾਂ ਅਤੇ ਕਦੋਂ ਦਾ ਸਾਡਾ ਬਾਪ, ਕਿੱਦੋਂ ਥਾਂ ਹਮ ਆਏ, ਕਿਸ ਥਾਂ ਤੋਂ ਅਸੀਂ ਸੰਸਾਰ 'ਚ ਆਏ, ਇਹ ਵੀ ਨਹੀਂ ਸਾਨੂੰ ਪਤਾ। ਇਹ ਵੀ ਸਾਨੂੰ ਨਹੀਂ ਪਤਾ। ਅਗਨ ਬਿੰਬ ਜਲ ਭੀਤਰ ਨਿਪਜੇ, ਮਾਤਾ ਦੇ ਪੇਟ ਦੀ ਅੱਗ, ਬਿੰਬ ਜਲ ਪਿਤਾ ਦੇ ਵੀਰਜ ਤੋਂ ਅਸੀਂ ਮਾਤਾ ਦੇ ਪੇਟ ਵਿੱਚ ਪੈਦਾ ਹੋਏ ਹਾਂ। ਕਾਹੇ ਕੰਮ ਪਾਏ, ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਿਸ ਕੰਮ ਲਈ ਸਾਨੂੰ ਪਰਮਾਤਮਾ ਨੇ ਪੈਦਾ ਕੀਤਾ। ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਾਹਦੇ ਲਈ ਸਾਨੂੰ ਪੈਦਾ ਕੀਤਾ ਸੰਸਾਰ 'ਚ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਹੈ ਮੇਰੇ ਸਾਹਿਬਾ ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ? ਕਿਉਂ ਪਰਮਾਤਮਾ ਬੇਅੰਤ ਹੈ, ਅਤੇ ਬੇਅੰਤ ਦੇ ਗੁਣ ਵੀ ਤਾਂ ਫਿਰ ਬੇਅੰਤ ਹੋਣਗੇ ਨਾ। ਇਸ ਲਈ ਅਸੀਂ ਟੋਟਲ ਪਰਮਾਤਮਾ ਨੂੰ ਨਹੀਂ ਜਾਣ ਸਕਦੇ। ਅਸੀਂ ਜਿਨ੍ਹਾਂ ਨੇ ਵੀ ਪਰਮਾਤਮਾ ਨੂੰ ਜਾਣਿਆ ਹੈ ਉਹ ਸਾਰੇ ਦੇ ਸਾਰੇ ਪਰਮਾਤਮਾ ਨੂੰ ਨਹੀਂ ਜਾਣਿਆ। ਜਿਨ੍ਹਾਂ ਪਰਮਾਤਮਾ ਨੇ ਆਪਣੇ ਆਪ ਨੂੰ ਜਣਾਇਆ ਉਹਨਾਂ ਹੀ ਉਹਨਾਂ ਜਾਣਿਆ। ਇਹ ਗੱਲ ਜਦੋਂ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਨੇ ਉਹਨੇ ਗੱਲ ਕਲੀਅਰ ਕੀਤੀ। ਜਦੋਂ ਗੁਰੂ ਨਾਨਕ ਦੇਵ ਨੇ ਕਿਹਾ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲ ਨੇ, ਤਾਂ ਜਿਹੜਾ ਵੱਡਾ ਉੱਥੇ ਕਾਜ਼ੀ ਸੀ ਦਸਤਗੀਰ,
ਉਹ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਜੀ ਲੱਖੀ ਆਕਾਸ਼ ਨੇ ਲੱਖੀ ਪਤਾਲ ਨੇ, ਸਾਡੇ ਮਹਾਂਪੁਰਖ ਮੁਹੰਮਦ ਸਾਹਿਬ ਕਹਿੰਦੇ 7 ਆਕਾਸ਼ ਨੇ 7 ਪਤਾਲ ਨੇ, ਫਿਰ ਦੋਨਾਂ 'ਚ ਕੌਣ ਠੀਕ ਹੈ? ਮੈਂ ਕਈ ਵਾਰੀ ਬਾਅਦ 'ਚ ਵਿਚਾਰ ਕਰਦਾ, ਮੈਂ ਯਾਰ ਕਿਆ ਜ਼ਬਰਦਸਤ ਸੂਤਰ ਹੈ। ਮੈਂ ਜੇ ਮੇਰੇ ਤੋਂ ਕੋਈ ਪੁੱਛਦਾ, ਮੈਂ ਕਹਿੰਦਾ ਜੀ ਸਾਡੇ ਗੁਰੂ ਠੀਕ ਨੇ ਜੀ, ਮੁਹੰਮਦ ਸਾਹਿਬ ਕਿਹੜਾ ਗਿਆਨ ਸੀ, ਲੜਾਈ ਹੋ ਪੈਣੀ ਸੀ ਕਿ ਨਹੀਂ? ਜੇ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਠੀਕ ਹਾਂ, ਉਹ ਤਾਂ ਲੜਾਈ ਹੋ ਪੈਣੀ ਸੀ। ਦੇਖੋ ਕਿਸੇ ਦੇ ਗੁਰੂ ਨੂੰ ਗਲਤ ਕਹਿਣਾ, ਫਿਰ ਲੜਾਈ ਤਾਂ ਹੋਏਗੀ ਹੋਏਗੀ ਨਾ। ਜਿਵੇਂ ਪੜ੍ਹਿਆ 2-4 ਵਾਰ ਪੜ੍ਹਿਆ, ਥੋੜ੍ਹੀ ਹੋਰ ਵੱਡੀ ਉਮਰ ਦਾ ਹੋਇਆ, ਫਿਰ ਮੈਨੂੰ ਸੋਝੀ ਆਈ ਵੀ ਬੜਾ ਜ਼ਬਰਦਸਤ ਉੱਤਰ ਗੁਰੂ ਨਾਨਕ ਦੇਵ ਜੀ। ਜਦੋਂ ਨੂੰ ਪੁੱਛਿਆ ਫਿਰ ਮੁਹੰਮਦ ਸਾਹਿਬ ਠੀਕ ਨੇ ਕਿ ਤੁਸੀਂ ਠੀਕ ਹੋ? ਕਿ ਇੱਕ 7 ਆਕਾਸ਼ ਅਤੇ 7 ਪਤਾਲ ਕਹਿੰਦੇ, ਇੱਕ ਲੱਖੇ ਆਕਾਸ਼ ਲੱਖੇ ਪਤਾਲ ਕਹਿੰਦੇ, ਫਿਰ ਦੋਨੇ ਕੌਣ ਠੀਕ? ਉਹ ਕਹਿੰਦੇ ਦੇਖੋ ਅੱਲਾ ਨੇ, ਆਪਾਂ ਪਰਮਾਤਮਾ ਕਹਿੰਦੇ ਉਸ ਅੱਲਾ ਕਹਿੰਦੇ, ਅੱਲਾ ਨੇ ਮੁਹੰਮਦ ਸਾਹਿਬ ਨੂੰ 7 ਆਕਾਸ਼ ਅਤੇ 7 ਪਤਾਲ ਵਿਖਾਏ, ਇਸ ਲਈ ਉਹਨਾਂ ਨੇ ਕਹਿਤਾ 7 ਆਕਾਸ਼ ਅਤੇ 7 ਪਤਾਲ ਨੇ। ਸਾਨੂੰ ਪਰਮਾਤਮਾ ਨੇ ਲੱਖਾਂ ਆਕਾਸ਼ ਅਤੇ ਲੱਖਾਂ ਹੀ ਪਤਾਲ ਵਿਖਾਏ ਨੇ, ਇਸ ਲਈ ਅਸੀਂ ਕਹਤੇ ਲੱਖਾਂ ਆਕਾਸ਼ ਨੇ ਲੱਖਾਂ ਹੀ ਪਤਾਲ। ਇਹ ਨਹੀਂ ਕਿਹਾ ਉਹ ਗਲਤ ਮੈਂ ਠੀਕ ਹਾਂ, ਨੋ ਕਿ ਜਿੰਨੀ ਪਰਮਾਤਮਾ ਨੇ ਸੋਝੀ ਕਿਸੇ ਨੂੰ ਦਿੱਤੀ ਉਨੀ ਉਹਨੇ ਕਹਿਣਾ, ਉਹਨੇ ਉਸਨੇ। ਮੁਹੰਮਦ ਸਾਹਿਬ ਦਾ ਚੇਲਾ ਅਤੇ ਰਿਸ਼ਤੇਦਾਰ ਅਲੀ ਸੀ, ਜਿਵੇਂ ਤੀਸਰੇ ਪਾਤਸ਼ਾਹ ਦਾ ਚੇਲਾ ਅਤੇ ਰਿਸ਼ਤੇਦਾਰ ਚੌਥੇ ਪਾਤਸ਼ਾਹ ਸਨ। ਭਾਈ ਜੇਠਾ ਜੀ ਤੀਸਰੇ ਪਾਤਸ਼ਾਹ ਦੇ ਚੇਲੇ ਵੀ ਸਨ ਅਤੇ ਰਿਸ਼ਤੇਦਾਰ ਵੀ ਸਨ। ਇਸ ਤਰ੍ਹਾਂ ਅਲੀ ਜਿਹੜਾ ਸੀ ਉਹ ਮੁਹੰਮਦ ਸਾਹਿਬ ਦਾ ਚੇਲਾ ਵੀ ਅਤੇ ਰਿਸ਼ਤੇਦਾਰ ਵੀ ਸੀ। ਕੋ ਤੂਰ ਦੇ ਪਹਾੜ 'ਤੇ ਬੈਠੇ ਨੇ ਕੁਦਰਤੀ ਦੋਨੋਂ, ਅਤੇ ਅਲੀ ਇੱਕ ਮੁਹੰਮਦ ਸਾਹਿਬ ਨੂੰ ਕਹਿੰਦਾ ਵੀ ਮੈਨੂੰ ਅੱਲਾ ਦੇ ਦਰਸ਼ਨ ਕਰਾ ਦਿਓ। ਕਹਿੰਦੇ ਦੇਖ ਤੇਰੀ ਇੰਨੀ ਕਮਾਈ ਨਹੀਂ ਹੈ, ਤੂੰ ਝਾਲ ਹੀ ਨਹੀਂ ਝੱਲ ਸਕਣੀ। ਨਹੀਂ ਜੀ ਦਰਸ਼ਨ ਕਰਾ ਦਿਓ ਜੀ, ਕਰਾ ਚਲੋ। ਕਹਿੰਦੇ ਅੱਛਾ ਮੈਂ ਤੈਨੂੰ ਵਾਲ ਜਿੰਨੀ ਬਰੀਕ ਮੋਰੀ ਦੇ ਵਿੱਚੋਂ ਦਰਸ਼ਨ ਕਰਾਵਾਂਗਾ। ਵਾਲ ਜਿੰਨੀ ਬਰੀਕ ਮੋਰੀ ਦੇ ਵਿੱਚੋਂ ਜਦੋਂ ਪਰਮਾਤਮਾ ਦਾ ਜਲਾਲ ਵਿਖਾਇਆ ਨਾ ਮੁਹੰਮਦ ਸਾਹਿਬ ਨੇ, ਉਹ ਬੇਸੁੱਧ ਹੋ ਕੇ ਡਿੱਗ ਪਿਆ। 72 ਘੰਟੇ ਬਾਅਦ ਜਾ ਕੇ ਹੋਸ਼ ਆਈ, 72 ਘੰਟੇ ਬਾਅਦ ਜਾ ਕੇ ਹੋਸ਼ ਆਈ। ਇਹ ਜਦੋਂ ਕੋਈ ਤੁਸੀਂ ਇੱਥੇ ਨਾ, ਜਦੋਂ ਤੁਹਾਡੀ ਕਿਤੇ ਦਿਵ ਦ੍ਰਿਸ਼ਟੀ ਖੁੱਲ੍ਹੀ, ਜਦੋਂ ਕੋਈ ਗੁਰੂ ਇੱਥੇ ਆ ਗਏ ਨਾ, ਤੁਹਾਨੂੰ ਦੱਸਿਆ ਪਹਿਲੀ ਵਾਰ ਤੁਹਾਡੇ ਤੋਂ ਝਾਲ ਹੀ ਨਹੀਂ ਚੱਲ ਹੋਣੀ। ਤੁਸੀਂ ਤਾਂ ਹੋ ਸਕਦਾ ਧੜਮ ਕਰਕੇ ਧਰਤੀ 'ਤੇ ਡਿੱਗ ਪਓ, ਤੁਹਾਡੇ ਮੂੰਹ 'ਚੋਂ ਚੀਕ ਨਿਕਲ ਜਾਏਗੀ। ਹਾਂ ਕਿਉਂ? ਐਡੀ ਮਹਾਨ ਰੂਹ ਦੇ ਦਰਸ਼ਨ ਹੋਏ ਪਹਿਲੀ ਵਾਰੀ, ਝਾਲ ਹੀ ਨਹੀਂ ਚੱਲਣ ਦੀ। ਹੌਲੀ 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 ਹੌਲੀ, ਇਸ ਲਈ ਕਈ ਵਾਰੀ ਪਰਮਾਤਮਾ ਨਾ ਛੇਤੀ ਨਹੀਂ ਦਰਸ਼ਨ ਦਿੰਦਾ, ਉਹ ਸਾਨੂੰ ਪਹਿਲਾਂ ਤਿਆਰ ਕਰਦਾ। ਤੁਹਾਡੇ ਕੋਲੋਂ ਰੂਹ ਲੰਘੀ ਹੈ, ਤੁਹਾਡੇ ਅੰਦਰ ਵਾਈਬ੍ਰੇਸ਼ਨ ਸ਼ੁਰੂ ਹੋ ਜਾਏਗੀ, ਤੁਹਾਡੇ ਸਰੀਰ ਦੀ ਕੰਬਣੀ ਸ਼ੁਰੂ ਹੋ ਜਾਏਗੀ। ਤੁਸੀਂ ਮਹਿਸੂਸ ਕਰੋਗੇ ਮੇਰੇ ਕੋਲੋਂ ਕੋਈ ਲੰਘਿਆ, ਤੁਸੀਂ ਮਹਿਸੂਸ ਕਰੋ ਮੇਰੇ ਕੋਲੋਂ ਕੋਈ ਲੰਘਿਆ। ਉਦੋਂ ਬਾਅਦ ਜੇ ਤੁਸੀਂ ਇਸ ਨੂੰ ਸਹਿਣ ਕਰਨ ਜੋਗੇ ਹੋ ਗਏ, ਫਿਰ ਜਿਹੜਾ ਉਹ ਥੋੜ੍ਹਾ ਹੋਰ ਪ੍ਰਭਾਵ ਨਾਲ ਤੁਹਾਡੇ ਕੋਲੋਂ ਰੂਹ ਲੰਘੇਗੀ। ਤੁਹਾਨੂੰ ਮਹਿਸੂਸ ਹੋਵੇਗਾ ਮੇਰੇ ਕੋਲੋਂ ਕੋਈ ਲੰਘਿਆ, ਝੋਲਾ ਜਿਵੇਂ ਪੈਂਦਾ ਨਾ ਬੰਦੇ ਨੂੰ, ਐਂ ਹੋਊਗਾ ਮੇਰੇ ਕੋਲੋਂ ਕੋਈ ਲੰਘਿਆ ਹੈ। ਹੌਲੀ ਹੌਲੀ ਜਿਹੜਾ ਹੈ ਫਿਰ ਜੋ ਤੀਜੀ ਅਵਸਥਾ ਹੁੰਦੀ ਹੈ ਵੀ ਸਾਹਮਣੇ ਰੂਹ ਆ ਗਈ ਹੈ ਕਿਸੇ ਗੁਰੂ ਦੀ, ਕਲੀਅਰ ਨਹੀਂ ਦਿਸੇਗੀ, ਉਹ ਲਾਈਟ ਜੀ ਦਿਸੇਗੀ, ਆਕ੍ਰਿਤੀ ਤੁਹਾਨੂੰ ਦਿਸੇਗੀ, ਅਤੇ ਤੁਹਾਨੂੰ ਜਿਹੜਾ ਹੋਏਗਾ ਵੀ ਹਾਂ ਇਹ ਕੋਈ ਰੂਹ ਆਈ ਹੈ। ਉਦੋਂ ਜਦੋਂ ਹੋਰ ਉੱਚੀ ਅਵਸਥਾ ਹੋ ਜਾਏਗੀ, ਫਿਰ ਤੁਹਾਨੂੰ ਖੁੱਲ੍ਹੀ ਅੱਖਾਂ ਨਾਲ, ਪਹਿਲਾਂ ਤੁਹਾਨੂੰ ਬੰਦ ਅੱਖਾਂ ਨਾਲ ਦਿਸਣਗੀਆਂ, ਖੁੱਲ੍ਹੀ ਅੱਖਾਂ ਨਾਲ ਨਹੀਂ। ਅਜੇ ਝਾਲ ਹੀ ਨਹੀਂ ਸਾਡੇ ਤੋਂ ਝੱਲ ਹੋਣੀ ਖੁੱਲ੍ਹੀ ਅੱਖਾਂ ਦੀ, ਬੰਦ ਅੱਖਾਂ ਨਾਲ ਦਿਸਣਗੀਆਂ। ਹੌਲੀ ਹੌਲੀ ਫਿਰ ਜਦੋਂ ਆਤਮਿਕ ਅਵਸਥਾ ਉੱਚੀ ਕਿਸੇ ਦੀ ਹੋ ਜਾਏਗੀ, ਫਿਰ ਖੁੱਲ੍ਹੀਆਂ ਅੱਖਾਂ ਨਾਲ ਦਰਸ਼ਨ ਹੋਣਗੇ ਕਿ ਆ ਫਲਾਣਾ ਆ ਗਿਆ, ਫਲਾਣਾ ਆ ਗਿਆ, ਫਲਾਣਾ ਆ ਗਿਆ। ਸੋ ਇਸ ਲਈ ਉਹ ਬਸ ਕਹਿੰਦੇ ਬਈ ਵਾਲ ਜਿੰਨੀ ਬਰੀਕ ਮੋਰੀ ਦੇ ਵਿੱਚੋਂ ਜਦੋਂ ਅਲੀ ਨੂੰ ਅੱਲਾ ਦੇ ਦਰਸ਼ਨ ਕਰਾਇਆ ਨਾ, ਉਹ ਤਾਂ ਬੇਸੁੱਧ ਹੋ ਕੇ ਡਿੱਗ ਪਿਆ। ਉੱਥੇ 72 ਘੰਟਿਆਂ ਬਾਅਦ ਜੇਕਰ ਨੋਰਮਲ ਹੋਇਆ, ਕਹਿੰਦੇ ਮੈਂ ਤੈਨੂੰ ਕਿਹਾ ਸੀ ਨਾ ਵੀ ਤੇਰੀ ਕਮਾਈ ਨਹੀਂ, ਤੂੰ ਝਾਲ ਹੀ ਨਹੀਂ ਚੱਲ ਸਕਦੀ।
ਸੋ ਗੁਰੂ ਮਹਾਰਾਜ ਕਹਿੰਦੇ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਪਾਏ। ਸਾਨੂੰ ਤੇ ਵੀ ਨਹੀਂ ਪਤਾ ਸੀ ਕਿਸ ਕੰਮ ਲਈ ਪੈਦਾ ਕੀਤੇ ਗਏ ਹਨ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ। ਹੇ ਪਰਮਾਤਮਾ ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ। ਤੇਰੇ ਦੇ ਗੁਣ ਇੰਨੇ ਨੇ ਕਿ ਉਹ ਵਰਣਨ ਨਹੀਂ ਕੀਤੇ ਜਾ ਸਕਦੇ। ਕਹੇ ਨਾ ਜਾਨੀ ਔਗਣ ਮੇਰੇ 'ਚ ਔਗਣ ਹੀ ਇੰਨੇ ਨੇ ਕਿ ਉਹ ਸਾਰੇ ਵਰਣਨ ਨਹੀਂ ਕੀਤੇ ਜਾ ਸਕਦੇ। ਤੇਰੇ ਗੁਣਾਂ ਤਾਂ ਮੈਂ ਕਿੱਥੇ ਵਰਣਨ ਕਰ ਸਕਦਾ। ਔਗਣ ਹੀ ਇੰਨੇ ਨੇ। ਕਹਿੰਦੇ ਮੇਰੇ 'ਚ ਔਗਣ ਇੰਨੇ ਨੇ ਕਿ ਉਹ ਗਿਣੇ ਨਹੀਂ ਜਾ ਸਕਦੇ, ਅਤੇ ਤੇਰੇ 'ਚ ਗੁਣ ਇੰਨੇ ਨੇ ਕਿ ਉਹ ਨਹੀਂ ਗਿਣੇ ਜਾ ਸਕਦੇ। ਤਾਂ ਤੂੰ ਗੁਣਵਾਨ ਹੈ, ਮੈਂ ਔਗਣਿਆਰਾ। ਕੇਤੇ ਰੁੱਖ ਬਿਰਖ ਹਮ ਚੀਨੇ। ਕਹਿੰਦੇ ਕਈ ਜਨਮ ਅਸੀਂ ਦਰਖਤ ਬਣੇ। ਰੁੱਖ ਬਿਰਖ ਦਰਖਤਾਂ ਨੂੰ ਕਹਿੰਦੇ ਚੀਨੇ ਦੇਖੇ। ਕਈ ਜਨਮ ਤਾਂ ਅਸੀਂ ਦਰਖਤ ਬਣਦੇ ਰਹੇ। ਕੇਤੇ ਪਸ਼ੂ ਪਾਏ। ਕਈ ਜਨਮ ਅਸੀਂ ਡੰਗਰ ਬਣਦੇ ਰਹੇ। ਕੇਤੇ ਨਾਗ ਕੁਲੀ ਮਹਿ ਆਏ। ਅਤੇ ਕਿੰਨੇ ਜਨਮ ਅਸੀਂ ਸੱਪਾਂ ਦੇ ਕੁਲ 'ਚ ਪੈਦਾ ਹੁੰਦੇ ਰਹੇ, ਸੱਪ ਬਣਦੇ ਰਹੇ। ਕੇਤੇ ਪੰਖ ਉਡਾਏ। ਅਤੇ ਕਿੰਨੇ ਅਸੀਂ ਪੰਛੀ ਬਣ ਕੇ ਉੱਡਦੇ ਰਹੇ ਕਈ ਜਨਮ। ਅਸੀਂ ਸਿੱਧੇ ਬੰਦੇ ਨਹੀਂ ਬਣ ਗਏ। ਸਾਇੰਸ ਵੀ ਕਹਿੰਦੇ ਅਸੀਂ ਸਿੱਧੇ ਬੰਦੇ ਨਹੀਂ ਬਣ ਗਏ। ਧਰਮ ਵੀ ਕਹਿੰਦੇ ਅਸੀਂ ਸਿੱਧੇ ਬੰਦੇ ਨਹੀਂ ਬਣ ਗਏ। ਅੱਜ ਦਾ ਬੰਦਾ ਬਣਦਿਆਂ ਕਰੋੜਾਂ ਸਾਲ ਲੱਗ ਗਏ। ਅੱਜ ਦਾ ਬੰਦਾ ਬਣਦਿਆਂ ਕਰੋੜਾਂ ਸਾਲ ਲੱਗ ਗਏ। ਧਰਮ ਕਹਿੰਦਾ 83,99,999 ਜੂਨੀਆਂ ਧਾਰਨ ਕਰਨ ਤੋਂ ਬਾਅਦ ਫਿਰ ਸਾਨੂੰ ਮਨੁੱਖਾ ਜੀਵਨ ਪ੍ਰਾਪਤ ਹੋਇਆ। ਇਹਦਾ ਮਤਲਬ ਪਤਾ ਹੀ ਨਹੀਂ ਕਿੰਨੇ ਕਰੋੜਾਂ ਸਾਲਾਂ ਬਾਅਦ ਸਾਨੂੰ ਮਨੁੱਖਾ ਜੀਵਨ ਪ੍ਰਾਪਤ ਹੋਇਆ। ਅਤੇ ਸਾਇੰਸ ਵੀ ਇਹੀ ਕਹਿੰਦੀ ਹੈ ਕਿ ਆਕਾਸ਼ ਦੇ ਵਿੱਚ ਬਹੁਤ ਵੱਡਾ ਧਮਾਕਾ ਹੋਇਆ, ਜਿਹਨੂੰ ਇੰਗਲਿਸ਼ ਵਾਲੇ ਕਹਿੰਦੇ ਬਿਗ ਬੈਂਗ। ਸਾਇੰਸ ਉਹਨੂੰ ਕਹਿੰਦੇ ਬਿਗ ਬੈਂਗ, ਬਹੁਤ ਵੱਡਾ ਧਮਾਕਾ। ਇਹ ਸੰਸਾਰ ਜਿਸ ਮਾਦੇ ਤੋਂ, ਜਿਸ ਮੈਟਰ ਤੋਂ, ਜਿਸ ਚੀਜ਼ ਤੋਂ ਬਣਿਆ ਹੋਇਆ ਨਾ, ਉਹ ਪਹਿਲਾਂ ਕੰਡੈਂਸਡ ਰੂਪ ਸੀ। ਜਿਹਨੇ ਸੰਘਣਾ ਰੂਪ ਹੁੰਦਾ ਉਸ 'ਚ ਸੀ। ਜਦੋਂ ਉਹਦੇ ਧਮਾਕਾ ਹੋਇਆ ਉਹ ਗੈਸ ਬਣ ਗਈ। ਜਿਸ ਮੈਟਰ ਤੋਂ, ਜਿਸ ਮਾਦੇ ਤੋਂ ਸਾਡਾ ਸਾਰਾ ਸੰਸਾਰ ਬਣਿਆ, ਜਦੋਂ ਧਮਾਕਾ ਫਟ ਗਿਆ, ਉਹ ਫਟ ਕੇ ਗੈਸ ਬਣ ਗਈ। ਅਤੇ ਸਾਇੰਸ ਕਹਿੰਦੇ 3 ਮਿੰਟ ਅਤੇ 45 ਸੈਕਿੰਡ ਦੇ ਵਿੱਚ ਉਹ ਗੈਸ ਕਰੋੜਾਂ ਕਿਲੋਮੀਟਰ ਤੱਕ ਫੈਲ ਗਈ। ਅਰਬਦ ਨਰਬਦ ਧੁੰਦੂ ਕਾਰਾ। ਅਰਬਾਂ ਖਰਬਾਂ ਸਾਲਾਂ ਤੱਕ ਧੁੰਦੀ ਧੁੰਦ ਗੈਸ ਹੀ ਗੈਸ ਰਹੀ। ਫਿਰ ਉਹ ਗੈਸ ਆਕਸੀਜਨ ਅਤੇ ਹਾਈਡਰੋਜਨ ਮਿਲ ਕੇ 1 ਅਤੇ 2 ਦੀ ਮਾਤਰਾ 'ਚ ਪਾਣੀ ਬਣੇ। ਉਹ ਪਹਿਲਾਂ ਗੈਸ ਰਹੀ, ਹਵਾ ਰਹੀ, ਫਿਰ ਉਸ ਤੋਂ ਪਾਣੀ ਬਣੇ। ਪਾਣੀ ਤੋਂ ਫਿਰ ਇਹ ਜੀਵ ਬਣਨੇ ਸ਼ੁਰੂ ਹੋਏ। ਪਹਿਲਾਂ 1 ਸੈੱਲ ਵਾਲਾ ਜੀਵ, ਫਿਰ ਅੱਗੇ ਵੱਧਦੇ ਗਏ। ਡਿਵੈਲਪਮੈਂਟ ਹੁੰਦੀ ਗਈ। ਕਰੋੜਾਂ ਸਾਲਾਂ ਬਾਅਦ ਜਿਹੜਾ ਸੀ ਬਨ ਮਾਨਸ ਬਣੇ, ਜਿਹੜਾ ਚਾਰੇ ਹੱਥ ਵੀ ਧਰਤੀ 'ਤੇ ਲਾਉਂਦਾ ਸੀ ਅਤੇ ਪੈਰ ਵੀ ਲੱਗ ਇਸ ਤਰ੍ਹਾਂ ਤੁਰਿਆ ਕਰਦਾ ਸੀ ਡੰਗਰ। ਹੌਲੀ ਹੌਲੀ ਫਿਰ ਇਹ ਸਿੱਧਾ ਹੋ ਗਿਆ। ਹੌਲੀ ਹੌਲੀ ਤਰੱਕੀ ਕਰਦਾ ਅੱਜ ਦਾ ਮਨੁੱਖ ਬਣਿਆ। ਸੋ ਇਹ ਮਨੁੱਖ ਐਡੀ ਛੇਤੀ ਨਹੀਂ ਬਣ ਗਿਆ। ਕਰੋੜਾਂ ਸਾਲਾਂ ਬਾਅਦ, ਲੱਖਾਂ ਜਨਮਾਂ ਤੋਂ ਬਾਅਦ ਜੀਵ ਆਤਮਾ ਨੇ ਮਨੁੱਖਾ ਜੀਵਨ ਧਾਰਨ ਕੀਤਾ ਹੈ। ਤਾਂ ਗੁਰਬਾਣੀ ਕਹਿੰਦੇ ਤੈਨੂੰ ਬੜੀ ਦੇਰ ਬਾਅਦ ਇਹ ਜੀਵਨ ਮਿਲਿਆ। ਤੂੰ ਕਦੇ ਡੰਗਰ ਰਿਹਾ, ਕਦੇ ਦਰਖਤ ਰਿਹਾ, ਕਦੇ ਪਹਾੜ ਰਿਹਾ, ਕਦੇ ਪਾਣੀ ਬਣਿਆ, ਕਦੇ ਕੁਛ ਬਣਿਆ। ਤੂੰ ਫਿਰ ਜਾ ਕੇ ਤੂੰ ਕਿਤੇ ਮਨੁੱਖ ਬਣਿਆ। ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਕਿੰਨੇ ਕਹਿੰਦੇ ਪੰਛੀ ਬਣ ਕੇ ਉੱਡਦੇ ਰਹੇ, ਪਰ ਕਹਿੰਦੇ ਤੈਨੂੰ ਸੋਝੀ ਨਹੀਂ ਹੈ। ਤੂੰ ਕੀ ਕਰਦਾ? ਕਹਿੰਦੇ ਬੰਦਾ ਬਣ ਕੇ ਬੰਦਾ ਬਣਨਾ ਚਾਹੀਦਾ ਸੀ। ਜਦੋਂ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ, ਬੰਦਾ ਬਹਾਦਰ ਮਾਧੋ ਦਾਸ ਉਹਦੇ ਮੱਠ 'ਚ ਗਏ, ਡੇਰੇ ਗਏ। ਮਾਧੋ ਦਾਸ ਆਇਆ ਬਾਹਰੋਂ। ਗੁਰੂ ਮਰ ਗਏ, ਤੂੰ ਕੌਣ ਹੈ? ਕਹੇ ਜੀ ਮੈਂ ਬੰਦਾ। ਕਹੇ ਤੂੰ ਕਿਹਦਾ ਬੰਦਾ? ਕਹੇ ਜੀ ਤੁਹਾਡਾ ਬੰਦਾ। ਕਹੇ ਜੀ ਤੂੰ ਬੰਦਾ ਹੈ, ਫਿਰ ਬੰਦਿਆਂ ਵਾਲੇ ਕੰਮ ਕਰ। ਜੇ ਤੂੰ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ। ਸਾਨੂੰ ਤਾਂ ਇਹੀ ਨਹੀਂ ਅਜੇ ਪਤਾ ਸੀ ਬੰਦੇ ਹਾਂ। ਸਾਨੂੰ ਇਹੀ ਨਹੀਂ ਅਜੇ ਪਤਾ ਸੀ ਬੰਦੇ। ਪੰਜਮ ਪਾਤਸ਼ਾਹ ਸੱਚ ਕਹਿੰਦੇ ਨੇ, ਉਹ ਸੱਚ ਕਹਿੰਦੇ।
ਕਰਤੂਤ ਪਸ਼ੂ ਕੀ ਮਾਨਸ ਜਾਤ। ਅਸੀਂ ਦੇਖਣ ਨੂੰ ਬੰਦੇ ਹਾਂ, ਕੰਮ ਸਾਡੇ ਡੰਗਰਾਂ ਵਾਲੇ ਹੀ ਨੇ। ਇੰਗਲਿਸ਼ ਵਾਲੇ ਤਾਂ ਸਾਫ਼ ਹੀ ਕਹਿੰਦੇ ਨੇ ਮੈਨ ਇਜ਼ ਏ ਸੋਸ਼ਲ ਐਨੀਮਲ। ਉਹਨਾਂ ਨੇ ਕੱਢ ਤਾਤੀ ਕੱਢ ਬਈ ਮਨੁੱਖ ਸਮਾਜਿਕ ਪਸ਼ੂ ਹੈ। ਮਨੁੱਖ ਹੈ ਤੇ ਪਸ਼ੂ, ਪਰ ਇਕੱਲਾ ਨਹੀਂ ਰਹਿੰਦਾ, ਸਮਾਜ 'ਚ ਰਹਿੰਦਾ। ਉਹ ਵੀ ਸਾਨੂੰ ਪਸ਼ੂ ਹੀ ਕਹਿੰਦੇ ਨੇ। ਅੰਗਰੇਜ਼ੀ ਵੀ ਕਹਿੰਦੇ ਮੈਨ ਇਜ਼ ਏ ਸੋਸ਼ਲ ਐਨੀਮਲ। ਇਹ ਹੈ ਤੇ ਪਸ਼ੂ, ਸਿਰਫ ਇਹਨੇ ਸਮਾਜ 'ਚ ਰਹਿੰਦਾ। ਪਹਿਲਾਂ ਪਸ਼ੂ ਲੈਵਲ 'ਤੇ ਜਿਉਂਦੇ ਹਾਂ, ਫਿਰ ਹੌਲੀ ਹੌਲੀ ਸੋਝੀ ਹੋਏਗੀ, ਫਿਰ ਮਨੁੱਖ ਬਣਾਂਗੇ। ਮਨੁੱਖ ਫਿਰ ਤਰੱਕੀ ਕਰਦਾ ਕਰਦਾ ਦੇਵੀ ਦੇਵਤਾ ਬਣੇਗਾ, ਉੱਥੋਂ ਤਰੱਕੀ ਕਰਦਾ ਕਰਦਾ ਫਿਰ ਜਾ ਕੇ ਬ੍ਰਹਮ ਗਿਆਨੀ ਬਣੇਗਾ। ਇਹ ਲੰਬਾ ਸਫ਼ਰ ਹੈ, ਪਰ ਸਫ਼ਰ ਭਾਵੇਂ ਕਿੰਨਾ ਵੀ ਲੰਮਾ ਹੋਵੇ, ਜੇ ਬੰਦਾ ਤੁਰਦਾ ਜਾਏ ਤੁਰਦਾ ਜਾਏ ਤੁਰਦਾ ਜਾਏ ਤਾਂ ਇੱਕ ਦਿਨ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ। ਖਰਗੋਸ਼ ਹੈ, ਕੱਛੂ ਕੁੰਮਾ ਹੈ, ਉਹ ਮਖੌਲ ਕਰਦਾ। ਖਰਗੋਸ਼ ਜਦੋਂ ਕੱਛੂ ਕੁੰਮੇ ਕੋਲ ਲੰਘਦਾ ਕਹਿੰਦੇ ਕੀ ਢਿਚਕੂ ਕਰਦਾ ਤੁਰਦਾ ਰਹਿਣਾ ਤੂੰ। ਉਹ ਇੱਕ ਦਿਨ ਉਹਨਾਂ ਦੀ ਬਹਿਸ ਹੋਈ। ਉਹ ਖਰਗੋਸ਼ ਨੂੰ ਕਹਿੰਦਾ ਤੈਨੂੰ ਆਪਣੀ ਚਾਲ ਦਾ ਬਹੁਤਾ ਮਾਣ ਹੈ? ਉਹ ਜਿਹੜਾ ਸਾਹਮਣੇ ਦਰਖਤ ਦਿਸਦਾ, ਕੱਲ੍ਹ ਨੂੰ ਇੱਥੋਂ ਦੌੜਾਂਗੇ, ਜਿਹੜਾ ਪਹਿਲਾਂ ਉੱਥੇ ਦਰਖਤ 'ਤੇ ਪਹੁੰਚ ਜਾਏਗਾ ਉਹ ਜਿੱਤਿਆ। ਖਰਗੋਸ਼ ਕਹਿੰਦਾ ਠੀਕ ਹੈ। ਖਰਗੋਸ਼ ਸੋਚੋ ਮੈਂ ਤਾਂ 5-6 ਟਪੂਸੀਆਂ ਮਾਰਨੀਆਂ ਪਾਉਣੀਆਂ। ਆਲੇ ਦੇ ਦੋਨੋਂ ਚੱਲ ਪਏ ਨੇ, ਇੱਕ ਭੱਜਿਆ ਜਾ ਰਿਹਾ, ਇੱਕ ਆਪਣੀ ਚਾਲ 'ਤੇ ਚੱਲੇ ਜਾ ਰਿਹਾ ਕੱਛੂ ਕੁੰਮਾ। ਜਦੋਂ ਖਰਗੋਸ਼ ਨੇ ਮੁੜ ਕੇ ਦੇਖਿਆ ਵੀ ਉਹ ਤਾਂ ਕਿਤੇ ਪਿੱਛੇ ਰਹਿ ਗਿਆ, ਸੰਘਣਾ ਦਰਖਤ ਆ ਗਿਆ। ਗਰਮੀਆਂ ਦਾ ਮੌਸਮ ਸੀ, ਕਹਿੰਦੇ ਯਾਰ ਥੋੜ੍ਹੇ ਆਰਾਮ ਹੀ ਕਰ ਲਈ, ਉਹਨੇ ਪਤਾ ਨਹੀਂ ਕਦੋਂ ਰੋਲਣਾ। ਉਹ ਲੇਟ ਗਿਆ ਖਰਗੋਸ਼ ਦਰਖਤ ਹੇਠਾਂ। ਐਸੀ ਗੂੜੀ ਨੀਂਦ ਆਈ, ਕੱਛੂ ਕੁੰਮਾ ਕੋਲੋਂ ਦੀ ਚੁੱਪ ਕਰਕੇ ਲੰਘ ਗਏ। ਕੱਛੂ ਕੁੰਮਾ ਜਾ ਕੇ ਪਹਿਲਾਂ ਉਸ ਦਰਖਤ 'ਤੇ ਪਹੁੰਚ ਗਿਆ ਜਿੱਥੇ ਪਹੁੰਚਣਾ ਸੀ। ਖਰਗੋਸ਼ ਨੂੰ ਜਦੋਂ ਜਾਗ ਆਈ, ਦੇਖਿਆ ਵੀ ਉਹ ਬਹੁਤ ਟਾਈਮ ਹੋ ਗਿਆ, ਭੱਜਿਆ ਜਾ ਰਿਹਾ ਹੈ, ਅਤੇ ਅੱਗੇ ਦੇਖਿਆ ਕੱਛੂ ਕੁੰਮਾ ਤੋਂ ਪਹਿਲਾਂ ਪਹੁੰਚਿਆ ਹੋਇਆ। ਤੁਰਦੇ ਰਹੋ ਤੁਰਦੇ ਰਹੋ ਤੁਰਦੇ ਰਹੋ, ਇੱਕ ਦਿਨ ਤੁਸੀਂ ਪਹੁੰਚ ਜਾਓ। ਉਹ ਰੁਕ ਗਿਆ ਵਿੱਚ, ਉਹ ਰੁਕ ਗਿਆ, ਉਹ ਤੁਰਦਾ ਗਿਆ ਤੁਰਦਾ ਗਿਆ। ਚਾਹੇ ਕੀੜੀ ਦੀ ਚਾਲ ਤੁਰਦੇ ਰਹੋ, ਇੱਕ ਦਿਨ ਪਹੁੰਚ ਹੀ ਜਾਏਗਾ ਬੰਦਾ। ਕਈ ਫੈਸਲਾ ਕਰਦੇ ਮੈਂ ਤੁਰ ਕੇ ਸਾਰੇ ਸੰਸਾਰ ਦਾ ਚੱਕਰ ਲਾਉਣਾ, ਲਾ ਲੈਂਦੇ ਨੇ। ਕੋਈ ਕਹਿੰਦੇ ਮੈਂ ਸਾਈਕਲ 'ਤੇ ਲਾਉਣਾ ਸਾਰੇ ਸੰਸਾਰ ਦਾ ਚੱਕਰ, ਸਾਈਕਲ 'ਤੇ ਲਾ ਲੈਂਦੇ, ਕਿਉਂਕਿ ਰਹਿੰਦੇ। ਇਹ ਤਾਂ ਲੱਗੇ ਰਹਿਣ ਤੱਕ ਹੈ। ਫਿਰ ਸਾਲਾਂ ਸਕੂਲਾਂ ਨੂੰ ਨਹੀਂ ਗਿਣਨਾ ਵੀ ਇੰਨੇ ਸਾਲ ਕੋਈ ਗੱਲ ਨਹੀਂ ਬਣ ਰਹੀ ਹੈਗੀ, ਨਹੀਂ। ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ, ਲੱਗੇ ਰਹੋ ਲੱਗੇ ਰਹੋ ਲੱਗੇ ਰਹੋ। ਕਦੇ ਦਾ ਪਹੁੰਚਾਂਗੇ, ਕਦੇ ਦਾ ਪਹੁੰਚਾਂਗੇ, ਰੁਕਣਾ ਨਹੀਂ ਹੈਗਾ। ਇੱਕੋ ਲਗਨ ਲੱਗੀ ਲਈ ਜਾਂਦੀ ਹੈ, ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ। ਵਸਲ ਦਾ ਮਿਲਾਪ, ਮੁਕਾਮ ਦਾ ਠਹਿਰਾਅ। ਜਿੰਨਾ ਚਿਰ ਉਹ ਮਿਲਾਪ ਨਹੀਂ ਕਰ ਲੈਂਦੇ ਆਪਣੇ ਪਿਆਰੇ ਨਾਲ, ਕਿਤੇ ਰੁਕਦੇ ਨਹੀਂ, ਤੁਰੇ ਹੀ ਜਾਂਦੇ ਤੁਰੇ ਹੀ ਜਾਂਦੇ ਤੁਰੇ ਹੀ ਜਾਂਦੇ। ਨਦੀ ਪਹਾੜਾਂ ਤੋਂ ਨਿਕਲਦੀ ਤੁਰੀ ਜਾਂਦੀ ਹੈ ਤੁਰੀ, ਜਿੰਨਾ ਚਿਰ ਸਮੁੰਦਰ 'ਚ ਮਿਲ ਨਹੀਂ ਨਾ ਜਾਂਦੀ, ਹੁਣ ਜੇ ਤੁਰਦੀ ਹੋ ਰਹਿੰਦੀ। ਅਤੇ ਅਸੀਂ ਵੀ ਪਰਮਾਤਮਾ ਰੂਪੀ ਸਮੁੰਦਰ 'ਚ ਜਾ ਕੇ ਮਿਲਣਾ। ਨਦੀ ਦੀ ਤਰ੍ਹਾਂ ਉੱਚੇ ਨੀਵੇਂ ਥਾਂ ਆਈ ਜਾਣਗੇ, ਪਥਰੀਲੇ ਥਾਂ ਵਿੱਚ ਆਈ ਜਾਣਗੇ। ਅਸੀਂ ਆਪਣੇ ਚਾਲ ਤੁਰੀ ਜਾਣਾ ਤੁਰੀ ਜਾਣਾ, ਨਾਮ ਜਪੀ ਜਾਣਾ ਜਪੀ ਜਾਣਾ ਜਪੀ ਜਾਣਾ ਜਪੀ ਜਾਣਾ। ਇੱਕ ਦਿਨ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਥਿੰਕਿੰਗ ਪੋਜ਼ੀਟਿਵ ਰੱਖਣੀ, ਇੱਕ ਖਿਆਲ ਰੱਖਣੀ। ਪਤਾ ਨਹੀਂ ਪਹੁੰਚਾਂਗੇ, ਉੱਥੇ ਇੱਥੇ ਆ ਕੇ ਗੜਬੜ ਹੋ ਜਾਏਗੀ, ਇੱਥੇ ਆ ਕੇ ਗੜਬੜ ਹੋ ਜਾਏਗੀ। ਪਤਾ ਨਹੀਂ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ। ਵੀ ਜੇ ਦੂਜੇ ਪਹੁੰਚ ਗਏ, ਅਸੀਂ ਕਿ ਰੱਬ ਦੇ ਮਾਂ ਮਾਰਨ ਵੀ ਅਸੀਂ ਨਹੀਂ ਪਹੁੰਚਾਂਗੇ। ਜੇ ਉਹ ਪਹੁੰਚ ਗਏ ਨੇ ਤਾਂ ਅਸੀਂ ਵੀ ਪਹੁੰਚ ਸਕਦੇ ਹਾਂ। ਠੀਕ ਹੈ, ਯਤਨਾਂ ਦੇ ਨਾਲ ਨਾਲ ਪਰਮਾਤਮਾ ਦੀ, ਗੁਰੂ ਦੀ ਕਿਰਪਾ ਦ੍ਰਿਸ਼ਟੀ ਜ਼ਰੂਰੀ ਹੁੰਦੀ ਹੈ। ਉਹਨੇ ਕਿਹਾ ਸੱਚੇ ਪਾਤਸ਼ਾਹ ਮੈਂ ਹੁਣ ਤੈਨੂੰ ਮਿਲਣਾ ਅਤੇ ਤੂੰ ਮੇਰੇ 'ਤੇ ਕਿਰਪਾ ਦ੍ਰਿਸ਼ਟੀ ਰੱਖਣੀ। ਓਟ ਆਸਰਾ ਲੈ ਕੇ ਪਰਮਾਤਮਾ ਦਾ, ਗੁਰੂ ਮਹਾਰਾਜ ਦੇ ਲੱਗੇ ਰਹਿਣਾ ਲੱਗੇ ਰਹਿਣਾ ਲੱਗੇ ਰਹਿਣਾ ਲੱਗੇ ਰਹਿਣਾ। ਇੱਕ ਨਾ ਇੱਕ ਦਿਨ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ, ਅਤੇ ਮੰਜ਼ਿਲ 'ਤੇ ਪਹੁੰਚ ਜਾਣਾ ਹੀ ਜ਼ਿੰਦਗੀ ਦਾ ਉਦੇਸ਼ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ,
ਬਾਕੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।